ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸਮੈਂ ਹੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਜ਼ਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਅੰਤਰਜਾਮੀ। ਧੰਨ ਧੰਨ ਸਤਿਗੁਰੂ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਫਿਰ ਕਹੋ ਜੀ ਗੱਜ ਕੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਕਿਰਪਾ ਹੋਈ ਹੈ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਮਹਾਨ ਪਵਿੱਤਰ ਕੀਰਤਨ, ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਕੁਝ ਸਮਾਂ ਲੜੀਵਾਰ ਗੁਰੂ ਘਰ ਦਾ ਇਤਿਹਾਸ ਆਪਾਂ ਸਰਵਣ ਕਰਨਾ ਹੈ। ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਸਿਰ ਝੁਕਾਓ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲੜੀਵਾਰ ਕਥਾ ਆਪ ਜੀ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸਰਵਣ ਕਰ ਰਹੇ ਹੋ। ਜਿੱਥੇ ਗੁਰੂ ਜੀ ਗੁਰੂ ਘਰ ਵਿੱਚ ਗੁਰਤਾ ਗੱਦੀ ਤੇ ਬੈਠ ਕੇ ਭਲਾ ਕਰ ਰਹੇ ਆ, ਉਥੇ ਕਥਾ ਵਿੱਚ ਜਿਹੜੇ ਤੁਸੀਂ ਪ੍ਰਸੰਗ ਸੁਣ ਰਹੇ ਹੋ, ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸੇਵਕ ਬਣ ਕੇ ਸੇਵਾ ਕਰ ਰਹੇ ਹਨ। ਦੋ ਗੁਰੂਆਂ ਦੀ ਇਕੱਠਿਆਂ ਦੀ ਕਥਾ ਚੱਲ ਰਹੀ ਹੈ ਔਰ ਇਹਦੇ ਵਿੱਚ ਸਿੱਖਿਆ ਇਹ ਮਿਲਦੀ ਹੈ ਗੁਰੂ ਕੈਸਾ ਹੋਣਾ ਚਾਹੀਦਾ ਹੈ, ਤੇ ਜੇ ਗੁਰੂ ਪੂਰਾ ਹੈ ਤੇ ਸਿੱਖ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਸੇਵਕ ਕਿੱਦਾਂ ਦਾ ਹੋਣਾ ਚਾਹੀਦਾ ਹੈ। ਸੰਗਤ ਜੀ, ਸਭ ਤੋਂ ਔਖਾ ਜਿਹੜਾ ਕੰਮ ਹੈ ਨਾ, ਉਹ ਸੇਵਕ ਬਣਨਾ ਹੈਗਾ ਜੀ। ਗੁਰਬਾਣੀ ਵਿੱਚ ਸੇਵਕ ਸ਼ਬਦ ਵੀ ਬੜਾ ਆਇਆ ਤੇ ਗੁਰਬਾਣੀ ਵਿੱਚ ਜਨ ਸ਼ਬਦ ਵੀ ਬਹੁਤ ਵਾਰ ਆਇਆ ਜੀ। ਜਨ ਦਾ ਕੀ ਭਾਵ ਹੈ? ਜਨ ਦਾ ਅਰਥ ਵੀ ਸੇਵਕ ਹੈ ਜੀ। ਤੇ ਬਹੁਤ ਵਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਨ ਸ਼ਬਦ ਲਿਖਿਆ, ਸੇਵਕ ਸ਼ਬਦ ਵੀ ਲਿਖਿਆ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਸੇਵਕ ਸ਼ਬਦ ਵੀ ਆਇਆ ਤੇ ਜਨ ਸ਼ਬਦ ਵੀ ਆਇਆ, ਦੋਵਾਂ ਦਾ ਮਤਲਬ ਇੱਕ ਹੀ ਹੈ ਜੀ। ਕਿਤੇ ਕਿਤੇ ਮਹਾਰਾਜ ਆਪਣੇ ਆਪ ਨੂੰ ਜਨ ਨਾਨਕ ਵੀ ਲਿਖਦੇ ਆ, ਸੇਵਕ ਵੀ ਲਿਖਦੇ ਆ ਵਾਹਿਗੁਰੂ ਦਾ। ਗੁਰੂ ਰਾਮਦਾਸ ਸਾਹਿਬ ਸੇਵਕ ਬਣ ਕੇ ਸੇਵਾ ਕਰ ਰਹੇ ਤੇ ਪਿਆਰ ਬਹੁਤ ਜ਼ਿਆਦਾ। ਤੁਸੀਂ ਸੁਣਿਆ ਲਾਹੌਰ ਦੇ ਚੌਂਕ ਵਿੱਚ ਤੁਰ ਰਹੇ, ਜਿਸ ਚੌਂਕ ਦਾ ਨਾਮ ਹੈ ਨਖਾਸ ਚੌਂਕ। ਮਹਾਰਾਜ ਉਹਦੇ ਵਿੱਚ ਤੁਰ ਰਹੇ ਆ, ਉੱਥੇ ਅੰਬ ਵੇਖਿਆ, ਜੀ ਕੀਤਾ ਇਹ ਅੰਬ ਮੈਂ ਗੁਰੂ ਅਮਰਦਾਸ ਸਾਹਿਬ ਜੀ ਵਾਸਤੇ ਲੈ ਕੇ ਜਾਵਾਂ। ਅਸੀਂ ਕੋਈ ਵਧੀਆ ਵਸਤੂ ਵੇਖੀਏ ਸਾਨੂੰ ਆਪਣਾ ਚੇਤਾ ਆਉਂਦਾ ਹੈ। ਪਤਾ ਕਿਉਂ? ਕਿਉਂਕਿ ਸਾਡਾ ਪਿਆਰ ਆਪਣੇ ਆਪ ਨਾਲ ਹੈ। ਮਹਾਰਾਜ ਦਾ ਪਿਆਰ ਗੁਰੂ ਅਮਰਦਾਸ ਜੀ ਦੇ ਨਾਲ ਹੈ। ਸੋਚਦੇ ਆ ਮੈਂ ਇਹ ਅੰਬ ਮਹਾਰਾਜ ਕੋਲ ਲੈ ਕੇ ਜਾਵਾਂ। ਇੱਕ ਅੰਬ ਖਰੀਦਿਆ 1 ਰਜਤਪਣ ਦਾ। ਅੰਬ ਖਰੀਦ ਕੇ ਜਦੋਂ ਤੁਰੇ ਆ, ਲਗਾਤਾਰ ਕਾਹਲੀ ਕਾਹਲੀ ਤੁਰ ਰਹੇ। ਮੈਂ ਛੇਤੀ ਛੇਤੀ ਗੋਇੰਦਵਾਲ ਸਾਹਿਬ ਪਹੁੰਚਾਂ। ਸ਼ਾਮਾਂ ਪੈ ਗਈਆਂ, ਇੱਕ ਪਿੰਡ ਵਿੱਚ ਰੁਕੇ। ਅਗਲੇ ਦਿਨ ਫਿਰ ਤੁਰੇ। ਜਦੋਂ ਭਰੋਵਾਲ ਪਿੰਡ ਆਇਆ ਨਾ ਜੀ, ਉੱਥੇ ਆ ਕੇ ਅੰਬ ਚੋਣ ਲੱਗ ਪਿਆ ਜੀ, ਉਹਦਾ ਰਸ ਨਿਕਲਣ ਲੱਗ ਪਿਆ ਜੀ। ਫਿਰ ਕੀ ਸੀ ਮਨ ਵਿੱਚ ਵਿਚਾਰ ਆਈ, ਮਨਾ ਜੇ ਇਸ ਅੰਬ ਦਾ ਰਸ ਨਿਕਲ ਗਿਆ ਤੇ ਗੁਰੂ ਜੀ ਕਿਵੇਂ ਛਕਣਗੇ? ਤੇ ਫਿਰ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਗੁਰੂ ਰਾਮਦਾਸ ਜੀ ਨੇ ਕੀਤੀ ਅਰਦਾਸ, ਸੱਚੇ ਪਾਤਸ਼ਾਹ ਤੁਹਾਨੂੰ ਇੱਥੋਂ ਹੀ ਭੇਟਾ ਕਰਨ ਲੱਗਾ, ਮਹਾਰਾਜ ਪ੍ਰਵਾਨ ਕਰਿਓ। ਅੰਬ ਗੁਰੂ ਰਾਮਦਾਸ ਜੀ ਚੂਸਦੇ ਐ, ਰਸ ਗੁਰੂ ਅਮਰਦਾਸ ਜੀ ਦੇ ਮੁਖ ਵਿੱਚ ਜਾਂਦਾ ਜੀ। ਪਿਆਰ ਦੀ ਖੇਡ ਹੈ। ਭਾਵੇਂ ਤੁਸੀਂ ਇਹ ਸਾਖੀ ਬਹੁਤ ਡਿਟੇਲ 'ਚ ਕੱਲ ਸੁਣ ਚੁੱਕੇ ਹੋ, ਦਾਸ ਤਾਂ ਬੇਨਤੀ ਕਰ ਰਿਹਾ ਸੰਗਤ ਜੀ, ਗੁਰੂ ਮਿਹਰ ਕਰੇ ਪਿਆਰ ਦਾ ਥੋੜ੍ਹਾ ਅੰਸ਼ ਸਾਡੇ ਮਨਾਂ ਵਿੱਚ ਵੀ ਆ ਜਾਏ ਜੀ। ਸੇਵਕ ਦਾ ਜੀਵਨ ਕੈਸਾ ਹੁੰਦਾ। ਕਮਾਲ ਦੀ ਗੱਲ ਇਹ ਹੈ, ਗਿਟਕ ਗੁਰੂ ਰਾਮਦਾਸ ਜੀ ਨੇ ਆਪਣੇ ਮੁਖ 'ਚ ਪਾਈ ਹੈ ਤੇ ਕਿੰਨੀ ਦੂਰ ਬੈਠੇ ਹੈ ਗੁਰੂ ਵਾਹਿਗੁਰੂ। ਗਿਟਕ ਗੁਰੂ ਰਾਮਦਾਸ ਜੀ ਨੇ ਮੁਖ 'ਚ ਪਾਈ ਹੈ, ਪਰ ਗੁਰੂ ਅਮਰਦਾਸ ਜੀ ਨੇ ਆਪਣੇ ਮੁਖ 'ਚੋਂ ਕੱਢ ਲਈ ਜੀ। ਉਹ ਗੋਇੰਦਵਾਲ ਸਾਹਿਬ ਹੈ, ਉਹ ਭਰੋਵਾਲ ਹੈ। ਪਿਆਰ ਦੀ ਖੇਡ ਹੈ। ਅਖੀਰ ਜਦੋਂ ਮਹਾਰਾਜ ਪਹੁੰਚੇ, ਗੁਰੂ ਅਮਰਦਾਸ ਜੀ ਨੇ ਗਿਟਕ ਵਿਖਾ ਦਿੱਤੀ। ਕਹਿੰਦੇ ਰਾਮਦਾਸ ਜੀ ਇਹੋ ਹੀ ਗਿਟਕ ਸੀ ਨਾ ਸਾਡੇ ਵਾਸਤੇ ਜਿਹੜੀ ਲੈ ਕੇ ਆਏ, ਇਹੋ ਹੀ ਅੰਬ ਸੀ ਨਾ? ਤੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਢਹਿ ਪਏ, ਮਹਾਰਾਜ ਇਹੋ ਹੀ ਸੀਗਾ, ਇਹੋ ਹੀ ਸੀਗਾ। ਪਿਆਰ ਦੀ ਖੇਡ ਹੈ। ਜਿਸ ਤਰੀਕੇ ਦੇ ਨਾਲ ਸੇਵਕ ਦੀ ਸੇਵਾ ਗੁਰੂ ਰਾਮਦਾਸ ਜੀ ਨੇ ਨਿਭਾਈ ਹੈ, ਜੇ ਕਿਤੇ ਬੰਦਾ ਉਹੋ ਜਿਹਾ ਸੇਵਕ ਬਣ ਜੇ ਤੇ ਜੋ ਚਾਹੇ ਉਹ ਮਿਲੀ ਜਾਵੇਗਾ ਗੁਰੂ ਸਾਹਿਬ ਕੋਲੋਂ ਜੀ। ਹੁਣ ਅੱਗੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੜੀਆਂ ਹੀ ਸੰਗਤਾਂ ਆਉਂਦੀਆਂ ਨੇ। ਅਕਬਰ ਦੇ ਮਨ ਦੀ ਵੀ ਇੱਛਾ ਹੈ ਵੀ ਮਹਾਰਾਜ ਤੀਰਥਾਂ ਤੇ ਜਾਣ, ਉੱਥੇ ਵਸ ਰਹੇ ਬ੍ਰਾਹਮਣਾਂ ਨੂੰ ਗੁਰੂ ਘਰ ਦੀ ਮੱਤ ਦੱਸਣ। ਇੱਛਾ ਕਿਸੇ ਦੀ ਵੀ ਹੋਵੇ, ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਦਾ ਬਚਨ ਹੈ, ਗੰਗਾ ਜਮੁਨਾ ਸਰਸਵਤੀ ਗੋਦਾਵਰੀ ਜਿਹੜੀ ਹੈ ਨਾ,
ਇਹ ਉਦਮ ਕਰਦੀ ਹੈ ਵੀ ਮੈਨੂੰ ਕਿਸੇ ਰੱਬ ਦੇ ਪਿਆਰੇ ਦੀ ਚਰਨ ਧੂੜੀ ਮਿਲ ਜਾਵੇ ਜੀ। ਪਰਮੇਸ਼ਰ ਦੇ ਨਾਮ ਦੀ ਤਾਕਤ 'ਚ ਤੀਰਥ ਵੱਡਾ ਕਿ ਹਰ ਕਾ ਦਾਸ। ਭਗਤ ਕਬੀਰ ਜੀ ਕਹਿੰਦੇ ਤੀਰਥ ਵੱਡਾ ਹੈ ਜਾਂ ਰੱਬ ਦਾ ਦਾਸ ਵੱਡਾ ਹੈ। ਤੇ ਫਿਰ ਨਿਰਣਾ ਕਰਕੇ ਭਗਤ ਕਬੀਰ ਜੀ ਦੱਸਦੇ ਨਹੀਂ ਨਹੀਂ, ਰੱਬ ਦਾ ਦਾਸ ਤੀਰਥ ਨਾਲੋਂ ਵੀ ਵੱਡਾ ਹੈ। ਜਿਹੜੇ ਤੀਰਥ ਹੈ ਨਾ ਉਹ ਰੱਬ ਦੇ ਪਿਆਰਿਆਂ ਦੇ ਚਰਨਾਂ ਦੇ ਨਾਲ ਪਵਿੱਤਰ ਹੁੰਦੇ ਆ। ਦੋ ਤਰ੍ਹਾਂ ਦੇ ਸੰਗਤ ਜੀ ਤੀਰਥ ਨੇ, ਬੜੇ ਧਿਆਨ ਨਾਲ ਸੁਣਿਓ। ਇੱਕ ਤੀਰਥ ਨੇ ਜੜ ਤੀਰਥ, ਇੱਕ ਤੀਰਥ ਨੇ ਜੰਗਮ ਤੀਰਥ। ਜੜ ਤੀਰਥ ਕੀ ਹੈ? ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਜੜ ਤੀਰਥ ਹੈ। ਇੱਕ ਥਾਂ ਤੇ ਟਿਕਿਆ ਹੋਇਆ ਸਰੋਵਰ, ਇੱਕ ਥਾਂ ਤੇ ਬਣਿਆ ਹੋਇਆ, ਉਹ ਜੜ ਤੀਰਥ ਹੈ। ਤੇ ਜੰਗਮ ਤੀਰਥ ਕਿਹੜੇ ਆ? ਰੱਬ ਦੇ ਪਿਆਰੇ ਜੰਗਮ ਤੀਰਥ ਨੇ। ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਚਲੇ ਜਾਂਦੇ ਜੀ। ਗੁਰੂ ਅਸਥਾਨ ਜੜ ਤੀਰਥ ਨੇ। ਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਆਪ ਜੰਗਮ ਤੀਰਥ ਨੇ, ਜਿੱਥੇ ਜਾਣਗੇ ਲੋਕਾਂ ਨੂੰ ਪਵਿੱਤਰ ਕਰੀ ਜਾਣਗੇ। ਤੀਰਥਾਂ ਤੇ ਬੰਦਾ ਇਸ ਕਰਕੇ ਜਾਂਦਾ ਹੈ, ਉੱਥੇ ਜਾ ਕੇ ਰੱਬ ਦਾ ਨਾਮ ਸੁਣੀਏ, ਉੱਥੇ ਗੁਰੂ ਦੀ ਗੱਲ ਸੁਣੀਏ, ਉੱਥੇ ਗੁਰੂ ਸਾਹਿਬ ਜੀ ਦੀ ਬਾਣੀ, ਰੱਬ ਦੇ ਪਿਆਰਿਆਂ ਦੇ ਦਰਸ਼ਨ ਹੋਣਗੇ। ਨਾਮ ਦਾ ਪ੍ਰਤਾਪ ਤੀਰਥਾਂ ਤੇ ਵਰਤਦਾ ਹੈ। ਤੇ ਪਿਆਰਿਓ, ਉਹ ਤੀਰਥ ਮਹਾਨ ਬਣ ਜਾਂਦੇ ਹੈ। ਜਿਸ ਸਰੀਰ ਦੇ ਅੰਦਰ ਨਾਮ ਦਾ ਪ੍ਰਤਾਪ ਵਰਤਦਾ ਹੋਏਗਾ, ਉਹ ਸਰੀਰ ਕਿੰਨਾ ਵੱਡਾ ਹੋਏਗਾ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਫੁਰਨਾ ਬਣਾਉਂਦੇ ਆ, ਤੀਰਥਾਂ ਤੇ ਚੱਲੀਏ। ਔਰ ਤੁਸੀਂ ਕਹੋਗੇ ਲਓ ਜੀ ਇਹ ਹਿੰਦੂ ਮਤ ਦੇ ਤੀਰਥ ਨੇ, ਤੇ ਮੈਂ ਪਹਿਲਾਂ ਹੀ ਬੇਨਤੀ ਕਰਦੇ ਹਾਂ, ਉਦੋਂ ਅਜੇ ਸਿੱਖੀ ਪ੍ਰਫੁੱਲਤ ਹੋ ਰਹੀ ਸੀਗੀ ਜੀ। ਉਦੋਂ ਇਹੋ ਹੀ ਮਹਾਨ ਤੀਰਥ ਜਿਹੜੇ ਸੀਗੇ ਉਹ ਭਾਰਤ ਦੀ ਧਰਤੀ ਤੇ ਮੰਨੇ ਜਾਂਦੇ ਸਨ। ਗੰਗਾ ਬੜਾ ਵੱਡਾ ਤੀਰਥ ਮੰਨਿਆ ਜਾਂਦਾ ਸੀਗਾ ਜੀ। ਤੇ ਮਹਾਰਾਜ ਕਿੱਥੇ ਕਿੱਥੇ ਜਾ ਰਹੇ ਹੈ। ਗੁਰੂ ਅਮਰਦਾਸ ਸਾਹਿਬ ਤੇ ਆਪ ਹੀ ਤੀਰਥ ਹਨ, ਆਪ ਹੀ ਤੀਰਥ ਹਨ। ਬਾਣੀ ਵਿੱਚ ਆਉਂਦਾ ਹੈ ਸਤਿਗੁਰੂ ਸੱਚਾ ਤੀਰਥ ਹੈ। ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ। ਗੁਰੂ ਸਾਹਿਬ ਆਪ ਹੀ ਤੀਰਥ ਹਨ। ਗੁਰੂ ਦਾ ਸਰੀਰ ਆਪਣੇ ਆਪ ਵਿੱਚ ਇੱਕ ਤੀਰਥ ਹੈ, ਜਿਹਦੇ ਦਰਸ਼ਨ ਕਰਕੇ ਬੰਦੇ ਦੇ ਪਾਪ ਦੂਰ ਹੁੰਦੇ ਹੈ। ਸੋ ਧੰਨ ਗੁਰੂ ਅਮਰਦਾਸ ਸਾਹਿਬ, ਪ੍ਰੇਮ ਨਾਲ ਕਹੋ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਤੀਰਥਾਂ ਤੇ ਜਾ ਰਹੇ ਹੈ, ਫੁਰਨਾ ਬਣਾ ਰਹੇ ਹੈ, ਉੱਥੋਂ ਦੇ ਲੋਕਾਂ ਦਾ ਭਲਾ ਕਰਨ ਵਾਸਤੇ। ਤੋ ਤਰਕ ਨਹੀਂ ਕਰਨੀ। ਗੁਰੂ ਨਾਨਕ ਸਾਹਿਬ ਵੀ ਗਏ ਸਨ ਹਰਿਦੁਆਰ। ਜੇ ਮਹਾਰਾਜ ਹਰਿਦੁਆਰ ਨਾ ਜਾਂਦੇ, ਉਹਨਾਂ ਨੂੰ ਸੋਝੀ ਕਿਵੇਂ ਦਿੰਦੇ? ਉਹ ਸੂਰਜ ਵੱਲ ਨੂੰ ਪਾਣੀ ਕਰ ਰਹੇ ਆ, ਮਹਾਰਾਜ ਖੇਤਾਂ ਵੱਲ ਨੂੰ ਕਰਨ ਲੱਗ ਪਏ। ਸਾਖੀ ਤੁਸੀਂ ਸੁਣੀ ਹੈ। ਤੇ ਜੇ ਗਏ ਤਾਂ ਹੀ ਸਿੱਖਿਆ ਦਿੱਤੀ ਨਾ ਜੀ। ਜੇ ਮਹਾਰਾਜ ਜਾਂਦੇ ਹੀ ਨਾ ਤਾਂ ਉਹਨਾਂ ਨੂੰ ਸਿੱਖਿਆ ਕਿਵੇਂ ਦੇਣੀ ਸੀਗੀ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜਾ ਰਹੇ ਆ। ਇਹ ਹੁਣ ਆਪਾਂ ਕਥਾ ਸਰਵਣ ਕਰੀਏ। ਪਿਆਰ ਨਾਲ ਗੱਜ ਕੇ ਕਹੋ ਸਤਨਾਮ ਸ੍ਰੀ ਸਾਹਿਬ ਜੀ। ਗੱਜ ਕੇ ਆਖੋ ਜੀ ਸਤਨਾਮ ਸ੍ਰੀ ਗੁਰੂ ਸਾਹਿਬ ਜੀ। ਹਾਂਜੀ। ਗੰਗਾ ਆਦਿਕ ਤੀਰਥ ਜੇਈ, ਹਾਂਜੀ। ਮੱਝਹਿ ਕਲੀ ਕਾਲ ਨਰਤੇ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਗੰਗਾ ਜੀ ਦੇ ਤੀਰਥ ਤੇ ਜਾਣ ਦਾ ਫੁਰਨਾ ਬਣਾਉਂਦੇ ਆ। ਉਧਰ ਕਹਿੰਦੇ ਜਿਹੜੇ ਗੰਗਾ ਹੋਰ ਜਿਹੜੇ ਤੀਰਥ ਹੈ ਨਾ, ਜਿਨ੍ਹਾਂ ਵਿੱਚ ਲੋਕ ਜਾ ਕੇ ਨਹਾਉਂਦੇ ਆ, ਇਸ਼ਨਾਨ ਕਰਦੇ ਆ। ਹਾਂਜੀ। ਅਨਗਨ ਪਾਪ ਤਜੈ ਤਿਨ ਮਾਹੀ। ਲੋਕ ਉਹਨਾਂ ਦੇ ਵਿੱਚ ਪਾਪ ਆਪਣੇ ਛੱਡ ਦਿੰਦੇ ਜੀ। ਲੋਕ ਸਮਝਦੇ ਆ ਗੰਗਾ ਨਾਲਿਆ ਸਾਡੇ ਪਾਪ ਦੂਰ ਹੋ ਗਏ ਆ। ਹਾਂਜੀ। ਤਿਨ ਕੋ ਭਾਰ ਸਹਾਰਤ ਨਾਹੀ। ਹੁਣ ਉਹ ਪਾਪਾਂ ਦਾ ਜਿਹੜਾ ਭਾਰ ਹੈ ਉਹ ਤੀਰਥਾਂ ਤੇ ਦੇ ਆਉਂਦੇ ਜਾ ਕੇ ਜੀ, ਆਪਣੇ ਪਾਪ ਲਾਉਣ ਵਾਸਤੇ। ਤੇ ਅੱਗੋਂ ਲਿਖਦੇ ਆ, ਕਹਿੰਦੇ ਆ ਤੀਰਥ ਜਿਹੜੇ ਆ ਨਾ ਉਹ ਜ਼ਿਆਦੇ ਮੈਲੇ ਹੋ ਚੁੱਕੇ ਆ। ਉਹ ਲੋਕਾਂ ਦਾ ਭਾਰ ਜਿਹੜਾ ਹੈ ਨਾ
ਉਹ ਚੁੱਕ ਨਹੀਂ ਪਾ ਰਹੇ ਜੀ। ਹਾਂਜੀ, ਜਾਂ ਤੇ ਸ੍ਰੀ ਸਤਿਗੁਰੂ ਆਰਾਧਾ। ਇਸ ਕਰਕੇ ਤੀਰਥਾਂ ਨੇ ਕੀ ਕੀਤਾ? ਧੰਨ ਗੁਰੂ ਅਮਰਦਾਸ ਜੀ ਨੂੰ ਯਾਦ ਕੀਤਾ ਹੈ। ਮਹਾਰਾਜ ਅੱਗੇ ਅੰਦਰੋਂ ਅੰਦਰ ਬੇਨਤੀ ਕਰਦੇ ਆ, ਆਨ ਚਰਨ ਪਾਵੋ ਹਤ ਬਾਦਾ। ਹੇ ਸੱਚੇ ਪਾਤਸ਼ਾਹ, ਗਰੀਬ ਨਵਾਜ ਮਹਾਰਾਜ ਆਪ ਕਿਰਪਾ ਕਰੋ ਤੇ ਸਾਨੂੰ ਆਪਣੇ ਚਰਨ ਬਖਸ਼ੋ, ਆਪਣੇ ਚਰਨ ਪਾਓ, ਅਸੀਂ ਵੀ ਪਵਿੱਤਰ ਹੋਈਏ। ਗੱਜ ਕੇ ਆਖੋ ਗੁਰਮੁਖੋ, ਗੁਰੂ ਸਾਹਿਬ ਸਾਰਿਆਂ ਦੀ ਭਾਸ਼ਾ ਸੁਣਦੇ ਆ। ਤੁਸੀਂ ਕਹੋਗੇ ਤੀਰਥ ਕਿਵੇਂ ਬੇਨਤੀ ਕਰ ਸਕਦੇ ਆ? ਜਾਨਵਰਾਂ ਦੀ ਬੋਲੀ ਸਾਨੂੰ ਨਹੀਂ ਆਉਂਦੀ, ਪਰ ਜੇ ਕੋਈ ਜਾਨਵਰ ਵੀ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੇ ਤੇ ਮਹਾਰਾਜ ਉਹਦੀ ਵੀ ਪ੍ਰਵਾਨ ਕਰਦੇ ਆ। ਜਿਹੜੇ ਤੀਰਥ ਨੇ ਉਹ ਮਹਾਰਾਜ ਨੂੰ ਬੇਨਤੀ ਕਰ ਰਹੇ ਆ, ਸੱਚੇ ਪਾਤਸ਼ਾਹ ਕਿਰਪਾ ਕਰੋ, ਚਰਨ ਪਾਓ, ਮਹਾਰਾਜ ਸਾਨੂੰ ਪਵਿੱਤਰ ਕਰੋ। ਹਾਂਜੀ, ਪਾਪਨ ਤੇ ਪੀੜਤ ਹਮ ਹੋਏ। ਅਸੀਂ ਪਾਪਾਂ, ਲੋਕਾਂ ਦਾ ਪਾਪ ਧੋਂਦੇ ਧੋਂਦੇ ਪੀੜਤ ਹੋ ਚੁੱਕੇ ਹਾਂ। ਅਸਲ ਵਿੱਚ ਨਾਮ ਦਾ ਪ੍ਰਤਾਪ ਸੀ ਨਾ ਤੀਰਥਾਂ ਤੇ, ਪਰਮੇਸ਼ਰ ਦੇ, ਤੇ ਸਮੇਂ ਨਾਲ ਤੀਰਥਾਂ ਤੇ ਨਾਮ ਲੋਕੀ ਜਪਣਾ ਘਟ ਗਏ ਤੇ ਤੀਰਥਾਂ ਦਾ ਮੁੱਲ ਘਟਣਾ ਸ਼ੁਰੂ ਹੋ ਗਿਆ ਜੀ। ਜੇ ਉੱਥੇ ਨਾਮ ਜਪਿਆ ਜਾਂਦਾ ਉੱਥੇ ਸ਼ਾਂਤੀ ਬਣੀ ਰਹਿਣੀ ਸੀਗੀ ਜੀ। ਹਾਂਜੀ, ਕਰ ਕਰ ਦੋਸ਼ ਹਮ ਹੋ ਮੋਹ ਧੋਏ। ਤੀਰਥ ਮਹਾਰਾਜ ਨੂੰ ਬੇਨਤੀ ਕਰਦੇ, ਮਹਾਰਾਜ ਲੋਕ ਸਾਨੂੰ ਮੈਲਾ ਕਰ ਚੱਲੇ ਆ, ਲੋਕ ਸਾਡੇ ਤੇ ਆ ਕੇ ਆਪਣਾ ਭਾਰ ਲਾਉਂਦੇ ਆ। ਅਸਲ 'ਚ ਨਾਮ ਦਾ ਪ੍ਰਤਾਪ ਘਟ ਗਿਆ ਜੀ ਤੀਰਥਾਂ ਤੇ। ਹਾਂਜੀ, ਹੇ ਸਤਿਗੁਰ ਤੁਮਰੇ ਪਗ ਪਾਵਨ। ਹੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ, ਤੁਹਾਡੇ ਜਿਹੜੇ ਚਰਨ ਨੇ ਨਾ ਉਹ ਮਹਾਰਾਜ ਬੜੇ ਪਵਿੱਤਰ ਹਨ। ਹਾਂਜੀ, ਜਬ ਹਮ ਵਿਖੇ ਕਰ ਹੋਗੇ ਪਾਵਨ। ਤੇ ਜਦੋਂ ਮਹਾਰਾਜ ਤੁਸੀਂ ਆਪਣੇ ਚਰਨ ਸਾਡੇ ਵਿੱਚ ਪਾਵੋਗੇ, ਹਾਂਜੀ, ਤਤਸ਼ਨ ਹਮ ਸਭ ਹੋਏ ਸੁਖਾਰੇ। ਗੱਜ ਕੇ ਆਖੋ ਵਾਹਿਗੁਰੂ। ਤੇ ਤੀਰਥ ਅੰਦਰੋਂ ਅੰਦਰ ਬੇਨਤੀਆਂ ਕਰਨ ਦੇ, ਮਹਾਰਾਜ ਅਸੀਂ ਸੌਖੇ ਹੋ ਜਾਵਾਂਗੇ। ਹੁਣ ਤੁਸੀਂ ਸਾਧ ਸੰਗਤ ਜੀ ਧਿਆਨ ਨਾਲ ਸੁਣਿਓ। ਸ਼੍ਰੀ ਗੁਰੂ ਰਾਮਦਾਸ ਸਾਹਿਬ ਲਿਖਦੇ ਆ, ਗੰਗਾ ਜਮਨਾ ਸਰਸਵਤੀ ਗੋਦਾਵਰੀ ਤੇ ਕਰਹਿ ਉਦਮ ਧੂੜ ਸਾਧੂ ਕੀ ਤਾਈ। ਗੰਗਾ ਜਮਨਾ ਸਰਸਵਤੀ ਤੇ ਗੋਦਾਵਰੀ ਉਦਮ ਕਰਦੀਆਂ ਨੇ ਰੱਬ ਦੇ ਪਿਆਰਿਆਂ ਦੇ ਚਰਨ ਸਾਡੇ ਵਿੱਚ ਪੈਣ, ਉਹਨਾਂ ਦੀ ਚਰਨ ਧੂੜੀ ਸਾਨੂੰ ਮਿਲੇ। ਹੁਣ ਉਹ ਉਦਮ ਕੀ ਕਰਦੀਆਂ? ਗੰਗਾ ਦਾ ਕੀ ਉਦਮ ਹੈ? ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੰਗਾ ਦਾ ਇਹ ਉਦਮ ਹੈ, ਗੰਗਾ ਲਗਾਤਾਰ ਬਹਿ ਰਹੀ ਹੈ। ਸਰਸਵਤੀ ਗੋਦਾਵਰੀ ਜਮੁਨਾ ਲਗਾਤਾਰ ਬਹਿ ਰਹੀਆਂ ਨੇ, ਵਗ ਰਹੀਆਂ ਨੇ। ਕੋਈ ਰੱਬ ਦਾ ਪਿਆਰਾ ਸਾਡੇ ਵਿੱਚ ਚਰਨ ਪਾ ਦੇ, ਸਾਡਾ ਭਲਾ ਹੋ ਜੇ। ਇਹ ਗੁਰੂ ਦੀ ਬਾਣੀ 'ਚ। ਸੋ ਤੀਰਥ ਮਹਾਰਾਜ ਨੂੰ ਬੇਨਤੀ ਕਰ ਰਹੇ ਆ। ਹਾਂਜੀ, ਆਵਹੁ ਤੂਰਨ ਕਰੁਣਾ ਧਾਰੇ। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਮਹਾਰਾਜ ਸਾਡੇ ਤੇ ਮਿਹਰ ਕਰੋ, ਛੇਤੀ ਛੇਤੀ ਮਹਾਰਾਜ ਸਾਨੂੰ ਦਰਸ਼ਨ ਦਿਓ। ਹਾਂਜੀ, ਸਭ ਤੀਰਥ ਕੋ ਲਖ ਵਿਪਰਾਏ। ਹੁਣ ਉਹ ਜਿਹੜੇ ਤੀਰਥ ਨੇ ਉਹ ਸੱਚੇ ਪਾਤਸ਼ਾਹ ਨੂੰ ਬੇਨਤੀਆਂ ਕਰਨ ਦੇ ਆ। ਜਦੋਂ ਤੀਰਥਾਂ ਦੀਆਂ ਬੇਨਤੀਆਂ ਅੰਤਰ ਆਤਮੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਆਈਆਂ ਨਾ ਜੀ, ਹਾਂਜੀ, ਭਏ ਤਿਆਰ ਸੰਗਤ ਸੰਗ ਲਾਏ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਸਾਰੀਆਂ ਸੰਗਤਾਂ ਨੂੰ ਹੁਕਮ ਕੀਤਾ, ਪਿਆਰਿਓ ਤਿਆਰੀ ਕਰੋ, ਤੀਰਥਾਂ ਤੇ ਜਾਣਾ ਹੈ। ਹਾਂਜੀ, ਜਹ ਜਹ ਸਿੱਖਨ ਜਿਸ ਜਿਸ ਗ੍ਰਾਮ। ਹੁਣ ਉਹ ਗੱਲ ਬੜੀ ਦੂਰ ਦੂਰ ਤੱਕ ਫੈਲ ਗਈ ਜੀ। ਜਿਹੜਾ ਜਿਹੜਾ ਗੁਰੂ ਦਾ ਪਿਆਰਾ ਜਿਸ ਜਿਸ ਪਿੰਡ ਵਿੱਚ ਰਹਿੰਦਾ ਸੀ ਨਾ ਜੀ, ਹਾਂਜੀ, ਯਾਤਰਾ ਸੁਨੀ ਗੁਰੂ ਸੁਖ ਧਾਮ। ਉਹਨੂੰ ਪਤਾ ਲੱਗਾ ਵੀ ਮਹਾਰਾਜ ਸੱਚੇ ਪਾਤਸ਼ਾਹ ਯਾਤਰਾ ਤੇ ਜਾ ਰਹੇ ਆ, ਯਾਤਰਾ ਤੇ ਜਾ ਰਹੇ ਆ। ਹਾਂਜੀ, ਤਾਹੇ ਤਾਹੇ ਤੇ ਹੋਏ ਤਿਆਰ ਚਲੇ ਹੈ। ਉਹ ਉੱਥੋਂ ਪਿੰਡ ਤੋਂ ਤਹਿ ਤਹਿ ਤੇ ਤਿਆਰ ਹੋਏ ਚਲੇ ਹੈ। ਉਹ ਉੱਥੋਂ ਹੀ ਤੁਰ ਪਏ ਜੀ। ਸੰਗਤ ਜੀ ਧਿਆਨ ਨਾਲ ਸੁਣਿਓ।
ਸਾਨੂੰ ਪਤਾ ਲੱਗੇ ਵੀ ਇੱਥੋਂ ਬੱਸ ਜਾ ਰਹੀ ਆਨੰਦਪੁਰ ਸਾਹਿਬ ਤੇ ਅਸੀਂ ਵੀ ਉਸੇ ਵੇਲੇ ਤਿਆਰ ਹੋ ਜਾਂਦੇ ਆ ਜੀ। ਹੁੰਨੇ ਕਿ ਨਹੀਂ ਤਿਆਰ ਜੀ? ਹੋ ਜਾਂਦੇ ਆ, ਕਿਉਂਕਿ ਗੁਰੂ ਅਸਥਾਨਾਂ ਦੇ ਦਰਸ਼ਨ ਕਰਨ ਦਾ ਮਸਾਂ ਤੇ ਮੌਕਾ ਮਿਲਦਾ ਜੀ, ਮਸਾਂ ਮੌਕਾ ਮਿਲਦਾ ਜੀ। ਚਾਅ ਵੱਧਦਾ, ਔਰ ਇਹ ਜਿਹੜਾ ਚਾਅ ਹੈ ਨਾ ਪਿਆਰ ਵਾਲਿਆਂ ਵਿੱਚ ਪੈਦਾ ਹੁੰਦਾ ਵੀ ਅਸੀਂ ਵੀ ਜਾ ਕੇ ਸਤਿਗੁਰਾਂ ਦੇ ਅਸਥਾਨ ਦੇ ਦਰਸ਼ਨ ਕਰਨੇ ਆ। ਉਹ ਸਿੱਖਾਂ ਨੇ ਜਦੋਂ ਸੁਣਿਆ, ਸਿੱਖ ਉਸੇ ਵੇਲੇ ਹੀ ਤਿਆਰ ਹੋਣੇ ਸ਼ੁਰੂ ਹੋ ਗਏ ਜੀ ਵੀ ਅਸੀਂ ਵੀ ਜਾਣਾ। ਹਾਂਜੀ, ਆਨ ਸਤਿਗੁਰੂ ਸੰਗ ਮਿਲੇ ਹੈ। ਸਿੱਖ ਆ ਕੇ ਮਹਾਰਾਜ ਨੂੰ ਬੇਨਤੀਆਂ ਕਰਨ ਲੱਗੇ, ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਜਾ ਰਹੇ, ਸਾਨੂੰ ਵੀ ਲੈ ਕੇ ਚੱਲੋ। ਹਾਂਜੀ, ਗੁਰ ਗ੍ਰਹਿ ਕੇ ਸੰਬੰਧੀ ਜੇਤੇ। ਮਹਾਰਾਜ ਦੇ ਆਪਣੇ ਘਰ ਦੇ ਸੰਬੰਧੀ ਰਿਸ਼ਤੇਦਾਰ ਜਿਹੜੇ ਗੋਇੰਦਵਾਲ ਸਾਹਿਬ ਵਿੱਚ ਰਹਿੰਦੇ ਸਨ, ਹਾਂਜੀ, ਭਏ ਤਿਆਰ ਚਲਨੇ ਕਹੋ ਤੇਤੇ। ਗੱਜ ਕੇ ਆਖੋ ਵਾਹਿਗੁਰੂ। ਉਹ ਸਾਰੇ ਹੀ ਤਿਆਰ ਹੋ ਗਏ ਜੀ, ਸਾਰੇ ਹੀ ਤਿਆਰ ਹੋ ਗਏ ਜੀ। ਉਹਦਾ ਕਾਰਨ ਇਹ ਨਹੀਂ ਵੀ ਤੀਰਥ ਤੇ ਜਾਵਾਂਗੇ ਇਸ ਤਰ੍ਹਾਂ। ਸਿੱਖ ਸੰਗਤਾਂ ਗੁਰੂ ਦੇ ਪਰਿਵਾਰ ਵਾਲੇ ਇਸ ਕਰਕੇ ਤਿਆਰ ਹੋਏ ਐ, ਇੰਨੇ ਦਿਨ ਰੱਜ ਕੇ ਸਤਿਗੁਰਾਂ ਦੇ ਦਰਸ਼ਨ ਕਰਾਂਗੇ ਜੀ, ਨੇੜਿਓਂ ਮਹਾਰਾਜ ਦੇ ਦਰਸ਼ਨ ਕਰਾਂਗੇ। ਹੁਣ ਵੇਖੋ ਰੋਜ਼ ਆਉਣਾ, ਮਹਾਰਾਜ ਆਸਣ ਤੇ ਬੈਠੇ ਹੁੰਦੇ ਨੇ, ਦੂਰੋਂ ਦਰਸ਼ਨ ਹੁੰਦੇ ਆ ਜੀ, ਤੇ ਜਦੋਂ ਨਾਲ ਜਾਣਾ ਜੀ ਫਿਰ ਗੁਰੂ ਸਾਹਿਬ ਦੇ ਖੁੱਲੇ ਦਰਸ਼ਨ ਹੋਣੇ ਆ। ਹਾਂਜੀ, ਸਤ ਸੰਗਤ ਸਿਮਰਨ ਹਰ ਨਾਮੋ। ਵੇਖ ਲਓ ਯਾਤਰਾ ਕੀ ਹੈ ਗੁਰੂ ਦੀ। ਸਿੱਖਾਂ ਨੂੰ ਪਤਾ ਮਹਾਰਾਜ ਨੇ ਸਵੇਰੇ ਵੀ ਦੀਵਾਨ ਸਜਾਉਣਾ ਤੇ ਸ਼ਾਮ ਨੂੰ ਵੀ ਸਜਾਉਣਾ ਜੀ, ਤੇ ਸਤ ਸੰਗਤ ਹੋਏਗੀ। ਜਿੰਨੇ ਦਿਨ ਮਹਾਰਾਜ ਬਾਹਰ ਲਾਉਣਗੇ ਉਹਨੇ ਦਿਨ ਅਸੀਂ ਕੀਰਤਨ ਸੁਣਿਆ ਕਰਾਂਗੇ, ਕਥਾ ਸੁਣਿਆ ਕਰਾਂਗੇ। ਹਾਂਜੀ, ਹੋਤ ਕੀਰਤਨ ਧੁਨ ਅਬਿਰਾਮੋ। ਉਸ ਸਮੇਂ ਜਿਹੜੇ ਕੀਰਤਨੀਏ ਸਨ ਨਾ ਜੀ, ਉਹ ਬਹੁਤ ਸੁੰਦਰ ਰਾਗਾਂ ਵਿੱਚ, ਧੁਨਾਂ ਦੇ ਵਿੱਚ ਪ੍ਰੇਮ ਨਾਲ ਕੀਰਤਨ ਕਰਦੇ ਸਨ। ਤੇ ਸੰਗਤਾਂ ਨੇ ਸੋਚਿਆ ਵੀ ਐਸੇ ਬਹਾਨੇ ਕੀਰਤਨ ਸੁਣਾਂਗੇ। ਆ ਹੁਣ ਤੇ ਹਰ ਇੱਕ ਦੇ ਮੋਬਾਈਲ 'ਚ ਕੀਰਤਨ ਹੈ ਨਾ ਜੀ, ਟੀਵੀ 'ਚ ਕੀਰਤਨ, ਮੋਬਾਈਲ 'ਚ ਕੀਰਤਨ। ਉਦੋਂ ਇੰਜ ਕੀਰਤਨ ਨਹੀਂ ਸੀ ਹੁੰਦਾ ਜੀ। ਜਿੱਥੇ ਕਿਤੇ ਗੁਰੂ ਦਾ ਕੀਰਤਨੀਆਂ ਆਉਣਾ, ਲੋਕਾਂ ਨੇ ਇਕੱਠੇ ਹੋ ਜਾਣਾ ਵੀ ਕੀਰਤਨ ਸੁਣਾਂਗੇ। ਚਾਅ ਹੁੰਦਾ ਸੀ ਨਾ ਜੀ, ਚਾਅ ਹੁੰਦਾ ਸੀਗਾ। ਹੁਣ ਟ੍ਰੈਂਡ ਘਟ ਗਿਆ, ਮੈਨੂੰ ਮਾਫ ਕਰਿਓ। ਅੱਜ ਤੋਂ 10 ਸਾਲ ਪੁਰਾਣੀ ਗੱਲ ਜੇ ਮੈਂ ਕਰਾਂ ਨਾ ਜੀ, ਜਿੱਥੇ ਇਸ਼ਤਿਹਾਰ 'ਚ ਵੇਖ ਲੈਣਾ ਵੀ ਬੜਾ ਵਧੀਆ ਕੀਰਤਨੀਆਂ ਆ ਰਿਹਾ, ਲੋਕ ਉਧਰ ਨੂੰ ਤੁਰਨ ਲੱਗ ਪੈਂਦੇ ਸੀ ਵੀ ਜਾਣਾ ਸੁਣਨ ਵਾਸਤੇ। ਕਈ ਦਿਨ ਪਹਿਲਾਂ ਹੀ ਇੰਤਜ਼ਾਰ ਹੋਣ ਲੱਗ ਪੈਂਦਾ ਸੀ ਵੀ ਕੀਰਤਨ ਸੁਣਨਾ ਹੈ। ਕੀਰਤਨੀਏ ਉਦੋਂ ਕਿਹੜਾ ਵੀ ਹਰ ਇੱਕ ਕੀਰਤਨ ਕਰਦਾ ਹੁੰਦਾ ਸੀਗਾ, ਤੇ ਕੀਰਤਨ ਸੁਣਨਾ ਬੜਾ ਆਪਣਾ ਮੌਕਾ ਸਮਝਦੀ ਸੀ ਸੰਗਤ। ਕਥਾ ਸੁਣਨੀ, ਕੀਰਤਨ ਸੁਣਨਾ। ਸੰਗਤਾਂ ਵਿਚਾਰ ਕਰਦੀਆਂ ਵੀ ਮਹਾਰਾਜ ਦੀ ਹਜ਼ੂਰੀ 'ਚ ਕੀਰਤਨ ਹੋਣਾ, ਆਪਾਂ ਕੀਰਤਨ ਸੁਣਾਂਗੇ ਮਹਾਰਾਜ ਦਾ। ਹਾਂਜੀ, ਗੋਇੰਦਵਾਲ ਤਿਆਗ ਕਰ ਚਲੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਰੀਆਂ ਸੰਗਤਾਂ ਨਾਲ, ਪਹਿਲਾਂ ਤੁਸੀਂ 5-10 ਪ੍ਰੇਮੀ ਜਾਣਗੇ, ਉਹ ਕਰਦਿਆਂ ਸੈਂਕੜੇ ਹੀ ਪ੍ਰੇਮੀ ਤਿਆਰ ਹੋ ਗਏ ਜੀ, ਸੈਂਕੜੇ ਹੀ ਪ੍ਰੇਮੀ ਤਿਆਰ ਹੋ ਗਏ। ਕਈ 100 ਦੀ ਗਿਣਤੀ ਵਿੱਚ ਮਹਾਰਾਜ ਦੇ ਨਾਲ ਸੰਗਤਾਂ ਤਿਆਰ ਹੋ ਗਈਆਂ। ਮਹਾਰਾਜ ਸਾਨੂੰ ਵੀ ਲੈ ਕੇ ਚੱਲੋ, ਮਹਾਰਾਜ ਸਾਨੂੰ ਵੀ ਲੈ ਕੇ ਚੱਲੋ। ਮਹਾਰਾਜ ਕਹਿੰਦੇ ਸਾਰੀਆਂ ਹੀ ਸੰਗਤਾਂ ਆ ਜਾਓ ਭਾਈ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਤੋਂ ਚੱਲੇ ਜੀ। ਹਾਂਜੀ, ਸਨੇ ਸਨੇ ਮਗ ਮਹਿ ਬਹੁ ਮਿਲੇ। ਗੱਜ ਕੇ ਆਖੋ ਵਾਹਿਗੁਰੂ। ਹੁਣ ਮਹਾਰਾਜ ਗੋਇੰਦਵਾਲ ਸਾਹਿਬ ਤੋਂ ਤੁਰ ਪਏ, ਬਹੁਤ ਸੰਗਤਾਂ ਗੋਇੰਦਵਾਲ ਸਾਹਿਬ ਪਹੁੰਚ ਗਈਆਂ। ਤੇ ਕਮਾਲ ਦੀ ਗੱਲ ਇਹ ਹੈ, ਜਦੋਂ ਮਹਾਰਾਜ ਤੁਰੇ ਨਾ ਜੀ, ਹੌਲੀ ਹੌਲੀ ਪਿੰਡਾਂ 'ਚੋਂ ਬੜੀਆਂ ਸੰਗਤਾਂ ਨਾਲ ਰਲ ਗਈਆਂ ਜੀ। ਹੁਣ ਸੱਚ ਦੱਸਿਓ ਆਪਣੇ ਮਨ ਦੀ ਗੱਲ, ਸਾਨੂੰ ਪਤਾ ਲੱਗੇ ਵੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਫਲਾਣੀ ਥਾਂ ਤੇ ਜਾ ਰਹੇ ਆ, ਅਸੀਂ ਤਿਆਰ ਹੋਵਾਂਗੇ ਕਿ ਨਹੀਂ ਹੋਵਾਂਗੇ ਜੀ। ਹਾਂਜੀ, ਬੰਦਾ ਵੱਡੇ ਭਾਗ ਸਮਝਦਾ। ਇਕੱਲਿਆਂ ਯਾਤਰਾ ਕਰਨੀ, ਕਿਸੇ ਰੱਬ ਦੇ ਪਿਆਰੇ ਨਾਲ ਯਾਤਰਾ ਕਰਨੀ, ਬੜਾ ਹੀ ਫਰਕ ਹੈਗਾ ਜੀ। ਹੌਲੀ ਹੌਲੀ ਪਿੰਡਾਂ 'ਚੋਂ ਸੰਗਤਾਂ ਨਾਲ ਰਲ ਗਈਆਂ। ਹਾਂਜੀ,
ਇਕ ਤੋ ਨਿਤ ਗੁਰ ਦਰਸ਼ਨ ਕਰੈ ਤੇ ਇੱਕ ਤੋਂ ਨਿਤ ਗੁਰ ਦਰਸ਼ਨ ਕਰੈ। ਸੰਗਤਾਂ ਦੇ ਮਨ ਦੀ ਕੀ ਵਿਚਾਰ ਹੈ ਵੀ ਇੱਕ ਤੇ ਰੋਜ਼ ਮਹਾਰਾਜ ਦੇ ਦਰਸ਼ਨ ਕਰਿਆ ਕਰਾਂਗੇ। ਹਾਂਜੀ। ਕੀਰਤਨ ਸੁਨੈ ਅਗਨ ਪਰ ਹਰੈ ਦੂਜਾ ਕੀਰਤਨ ਸੁਣਿਆ ਕਰਾਂਗੇ। ਦੋਵੇਂ ਚੀਜ਼ਾਂ ਦੁਰਲੱਭ ਨੇ ਜੀ, ਗੁਰੂ ਸਾਹਿਬ ਦੇ ਦਰਸ਼ਨ ਤੇ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ। ਦਰਸ਼ਨ ਕਰਕੇ ਵੀ ਪਾਪ ਦੂਰ ਹੁੰਦੇ ਤੇ ਕੀਰਤਨ ਕਰ ਸੁਣ ਕੇ ਵੀ ਪਾਪ ਦੂਰ ਹੁੰਦੇ ਜੀ। ਇਹ ਤੇ ਦੋਹਰਾ ਲਾਭ ਹੈ ਜੀ। ਹਾਂਜੀ। ਬਹੁਰ ਜੇ ਜਵਾ ਤੁਰਕਨ ਕੇਰਾ। ਫਿਰ ਸੰਗਤਾਂ ਇਹ ਵੀ ਵਿਚਾਰ ਕਰਦੀਆਂ ਕਿ ਤੁਰਕ ਜਿਹੜੇ ਆ ਨਾ ਉਹ ਤੀਰਥਾਂ ਤੇ ਜਾਣ ਦਾ ਟੈਕਸ ਲੈਂਦੇ ਸੀਗੇ ਜੀ। ਅੱਜ ਜਿਵੇਂ ਟੋਲ ਟੈਕਸ ਵਾਲੇ ਲੰਘਣ ਨਹੀਂ ਨਾ ਦਿੰਦੇ ਕਿਸੇ ਨੂੰ ਜੀ, ਲੈ ਕੇ ਹੀ ਜਾਨ ਛੱਡਦੇ ਬੰਦੇ ਦੀ। ਤੁਰਕ ਵੀ ਇੰਝ ਹੀ ਕਰਦੇ ਸੀਗੇ। ਕਮਾਲ ਦੀ ਗੱਲ ਇਹ ਹੈ ਵੀ ਮੁਸਲਮਾਨ ਜਿਹੜੇ ਉਹਨਾਂ ਦੇ ਥਾਂ ਸਨ ਉਹਨਾਂ ਤੇ ਜਾਣ ਦਾ ਕੋਈ ਟੈਕਸ ਨਹੀਂ ਸੀਗਾ ਜੀ। ਪਰ ਹੋਰ ਕਿਸੇ ਧਰਮ ਦਾ ਕੋਈ ਥਾਂ ਹੁੰਦਾ ਸੀ ਤਾਂ ਉਹਦੇ ਕੋਲ ਟੈਕਸ ਲੈਂਦੇ ਸੀ ਵੀ ਤੂੰ ਇੰਝ ਦਰਸ਼ਨ ਨਹੀਂ ਕਰ ਸਕਦਾ। ਸੰਗਤਾਂ ਵਿਚਾਰ ਕੀਤੀ ਵੀ ਜੇ ਤੇ ਸਤਿਗੁਰਾਂ ਨਾਲ ਗਏ ਤੇ ਫਿਰ ਮਹਾਰਾਜ ਨੂੰ ਟੈਕਸ, ਗੁਰੂ ਸਾਹਿਬ ਨੇ ਕਿਹੜਾ ਟੈਕਸ ਦੇਣਾ ਜੀ, ਤੇ ਆਪਾਂ ਵੀ ਫਰੀ 'ਚ ਹੀ ਦਰਸ਼ਨ ਕਰਾਂਗੇ। ਗੱਜ ਕੇ ਆਖੋ ਵਾਹਿਗੁਰੂ। ਅਕਬਰ ਨੇ ਮਾਫ ਕਰਤਾ ਸੀਗਾ ਜੀ। ਕੱਲਾ ਗੁਰੂ ਸਾਹਿਬ ਦਾ ਹੀ ਨਹੀਂ, ਉਹਨੇ ਕਹਿਤਾ ਸੀ ਅੱਜ ਤੋਂ ਬਾਅਦ ਕੋਈ ਕਿਸੇ ਥਾਂ ਤੇ ਵੀ ਜਾਵੇ ਕਰ ਜਜੀਆ ਟੈਕਸ ਲੈਣਾ ਹੀ ਨਹੀਂ ਅਸੀਂ ਜੀ। ਇਹ ਮਹਾਰਾਜ ਦਾ ਪ੍ਰਤਾਪ ਸੱਚੇ ਪਾਤਸ਼ਾਹ ਜੀ ਦਾ। ਹਾਂਜੀ। ਉਲੰਘ ਹੈ ਤਿਸ ਕੋ ਇਹ ਸੁਖ ਹੇਰਾ। ਸੰਗਤਾਂ ਨੇ ਇਹ ਸੁੱਖ ਵੇਖੇ ਜੀ, ਗੁਰੂ ਸਾਹਿਬ ਦੇ ਦਰਸ਼ਨ, ਗੁਰੂ ਜੀ ਦੀ ਬਾਣੀ ਦਾ ਕੀਰਤਨ, ਕਥਾ, ਫਿਰ ਫਰੀ ਯਾਤਰਾ ਜੀ। ਹਾਂਜੀ। ਯਾਤੇ ਮਿਲੇ ਸੰਗ ਵੱਡੇ ਭਾਗੇ। ਵੱਡੇ ਭਾਗਾਂ ਕਰਕੇ ਇਹ ਸਮਾਂ ਬਣਦਾ ਜੀ, ਵੱਡੇ ਭਾਗਾਂ ਕਰਕੇ। ਪਿਆਰਿਓ, ਜੀਵਨ ਵਿੱਚ ਕਿਸੇ ਗੁਰ ਅਸਥਾਨ ਤੇ ਯਾਤਰਾ ਕਰਨ ਦਾ ਮੌਕਾ ਮਿਲ ਜੇ, ਬੜੇ ਹੀ ਵੱਡੇ ਭਾਗ। ਤੇ ਅਸੀਂ ਤਾਂ ਦਰਬਾਰ ਸਾਹਿਬ ਦੇ ਨੇੜੇ ਰਹਿੰਦੇ ਸਾਰੇ, ਤੇ ਜੇ ਦਰਬਾਰ ਸਾਹਿਬ ਦੇ ਮਿਲ ਜਾਣ ਤਾਂ ਵੀ ਵੱਡੇ ਭਾਗ ਜਾਣਨੇ ਜੀ। ਕਿਤੇ ਅਨੰਦਪੁਰ ਸਾਹਿਬ ਤੇ ਮਹਾਰਾਜ ਕਲਗੀਆਂ ਵਾਲੇ ਦਾ ਤਖਤ, ਹਜ਼ੂਰ ਸਾਹਿਬ ਦੇ ਦਰਸ਼ਨ ਜਾਣ ਨੂੰ ਮੌਕਾ ਮਿਲ ਜਾਏ, ਵੱਡੇ ਭਾਗ ਹੀ ਜਾਣਨੇ ਆਪਣੇ। ਸੰਗਤਾਂ ਸੋਚਦੀਆਂ ਸਾਡੇ ਵੱਡੇ ਭਾਗ ਨੇ। ਹਾਂਜੀ। ਚਲੇ ਜਤੇ ਰਸ ਪ੍ਰੇਮ ਸੁਪਾਗੇ। ਤੇ ਫਿਰ ਸਾਰੀਆਂ ਸੰਗਤਾਂ ਨਾ ਜੀ ਪਿਆਰ ਦੇ ਨਾਲ ਤੁਰ ਪਏ। ਕੋਈ ਉੱਚੀ ਗੱਲ ਨਹੀਂ ਕਰਦਾ, ਕੋਈ ਸ਼ੋਰ ਸ਼ਰਾਬਾ ਨਹੀਂ, ਸਾਰੇ ਪ੍ਰੇਮ ਨਾਲ ਯਾਤਰਾ ਕਰਨ ਦਾ ਜੀ। ਹਾਂਜੀ। ਉਲੰਘ ਬਿਪਾਸਾ ਸਲਤਾ ਸਾਰੇ। ਤੇ ਸਭ ਤੋਂ ਪਹਿਲਾਂ ਕਿਹੜਾ ਦਰਿਆ ਆਇਆ ਜੀ? ਗੋਇੰਦਵਾਲ ਸਾਹਿਬ ਤੋਂ ਬਾਹਰ ਨਿਕਲਦਿਆਂ ਬਿਆਸ ਆ ਗਿਆ ਜੀ। ਪਹਿਲਾਂ ਉਹ ਬਿਆਸ ਦਰਿਆ ਪਾਰ ਕੀਤਾ, ਪੁਲ ਨਹੀਂ ਸੀ ਹੁੰਦੇ, ਬੇੜੀਆਂ ਵਿੱਚ ਬਹਿ ਬਹਿ ਕੇ ਸੰਗਤਾਂ ਨੇ ਦਰਿਆ ਪਾਰ ਕੀਤਾ। ਸੱਚੇ ਪਾਤਸ਼ਾਹ ਵੀ ਬੇੜੀ ਵਿੱਚ ਸੱਜੇ ਜੀ। ਹਾਂਜੀ। ਦੇਸ਼ ਦੁਆਬੇ ਵਿੱਚ ਪਧਾਰੇ। ਤੇ ਮਹਾਰਾਜ ਦੁਆਬੇ ਵਿੱਚ ਪਹੁੰਚੇ ਜੀ। ਫਿਰ ਬਿਆਸ ਪਾਰ ਕਰੋ ਤੇ ਦੁਆਬਾ ਆਉਂਦਾ ਜੀ, ਜਲੰਧਰ ਵਾਲਾ ਇਲਾਕਾ ਜੀ। ਮਹਾਰਾਜ ਦੁਆਬੇ ਪਹੁੰਚੇ ਸੱਚੇ ਪਾਤਸ਼ਾਹ। ਇਸੇ ਰਾਹ ਜਾ ਰਹੇ ਆ, ਜਲੰਧਰ ਵਾਲਾ। ਹਾਂਜੀ। ਸਨੇ ਸਨੇ ਕਰ ਤਿਆਗਿਓ ਸਾਰੋ। ਹੌਲੀ ਹੌਲੀ ਦੁਆਬਾ ਵੀ ਸਾਰਾ ਲੰਘ ਗਏ ਮਹਾਰਾਜ ਸੱਚੇ ਪਾਤਸ਼ਾਹ। ਸਿੱਖ ਸੰਗਤਾਂ ਨਾਲ ਸਵੇਰੇ ਸ਼ਾਮ ਦੀਵਾਨ ਸੱਜਦਾ। ਹੁਣ ਵੇਖ ਲਓ, ਇੰਨੇ ਅਸਥਾਨ ਅਜੇ ਪ੍ਰਗਟ ਨਹੀਂ ਹੋਏ ਜੀ। ਰਸਤੇ ਵਿੱਚ ਸਤਿਗੁਰੂ ਕਈ ਜਗ੍ਹਾ ਤੇ ਰੁਕੇ ਹੋਣਗੇ ਜੀ, ਪਰ ਜਦੋਂ ਆਪਾਂ ਬਿਆਸ ਤੋਂ ਜਲੰਧਰ ਜਾਂਦੇ ਆ, ਦੁਆਬਾ ਅੱਗੇ ਲੰਘਦੇ ਆ, ਤੇ ਮੇਰੇ ਦਾਸ ਦੇ ਖਿਆਲ ਵਿੱਚ ਨਹੀਂ ਵੀ ਕੋਈ ਅਸਥਾਨ ਬਣਿਆ ਹੋਵੇ ਜਿੱਥੇ ਗੁਰੂ ਅਮਰਦਾਸ ਜੀ ਰਾਤ ਰਹੇ ਹੋਣ ਜੀ। ਪਰ ਅਸਥਾਨ ਹੋਣੇ ਚਾਹੀਦੇ ਆ ਜੀ। ਹੌਲੀ ਹੌਲੀ ਸਵੇਰੇ ਸ਼ਾਮ ਦੀਵਾਨ ਸੱਜਦੇ ਸੱਜਦੇ ਮਹਾਰਾਜ ਦੁਆਬਾ ਵੀ ਪਾਰ ਕਰ ਗਏ। ਹਾਂਜੀ। ਸਤੁਦਰਵ ਕੋ ਪੁਨ ਆਏ ਨਿਹਾਰੋ। ਤੇ ਫਿਰ ਕੀ ਆਇਆ ਜੀ? ਗੱਜ ਕੇ ਆਖੋ ਵਾਹਿਗੁਰੂ। ਕਿੱਥੇ ਹੱਥ ਰੱਖੋ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸਤੁਰਵ ਕੋ ਪੁਨ ਆਏ ਨਿਹਾਰ। ਫਿਰ ਸਤਲੁਜ ਦਰਿਆ ਆਇਆ ਜੀ। ਹਾਂਜੀ। ਬਹੁ ਗੰਭੀਰ ਨੀਰ ਜਿਸ ਮਾਹੀ। ਹੁਣ ਉਹਦੇ ਬੜਾ ਡੂੰਘਾ ਜੀ, ਸਤਲੁਜ ਦਰਿਆ ਬੜਾ ਡੂੰਘਾ ਹੈ। ਹਾਂਜੀ।
ਸਭ ਸੰਗਤ ਮੱਜਨ ਕਰਤਾਹੀ। ਤੇ ਖੁੱਲਾ ਪਾਣੀ, ਉਦੋਂ ਕਿਹੜੀਆਂ ਟੂਟੀਆਂ ਟੈਂਕੀਆਂ ਲੱਗੀਆਂ ਹੁੰਦੀਆਂ ਸੀਗੀਆਂ, ਖੁੱਲਾ ਪਾਣੀ ਇਹੋ ਹੀ ਹੁੰਦਾ ਸੀਗਾ ਜੀ। ਸਮੇਤ ਗੁਰੂ ਸਾਹਿਬ ਜੀ ਦੇ ਸਾਰੀਆਂ ਸੰਗਤਾਂ ਨੇ ਉੱਥੇ ਇਸ਼ਨਾਨ ਪਾਣੀ ਕੀਤਾ ਜੀ। ਕਿੱਥੇ? ਸਤਲੁਜ ਦਰਿਆ ਤੇ ਜੀ। ਇਹ ਦਰਿਆ ਵੀ ਭਾਗਾਂ ਵਾਲੇ ਨੇ, ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਦੇ ਸਰੀਰ ਨਾਲ ਸਪਰਸ਼ ਹੋਣ ਦਾ ਮੌਕਾ ਮਿਲ ਰਿਹਾ ਜੀ ਇਹਨਾਂ ਨੂੰ। ਹਾਂਜੀ। ਚੜ ਕਰ ਤਰੀ ਭਏ ਪੁਨ ਪਾਰੀ। ਸੰਗਤਾਂ ਬੇੜੀਆਂ ਵਿੱਚ ਬੈਠ ਕੇ ਦਰਿਆ ਪਾਰ ਕਰਦੀਆਂ ਜੀ। ਪਹਿਲਾਂ ਬਿਆਸ ਪਾਰ ਕੀਤਾ, ਫਿਰ ਸਤਲੁਜ ਦਰਿਆ ਪਾਰ ਕੀਤਾ ਜੀ। ਹਾਂਜੀ। ਗਮਨੇ ਸਤਿਗੁਰ ਬਹੁਰੇ ਅਗਾਰੀ। ਫਿਰ ਸੱਚੇ ਪਾਤਸ਼ਾਹ ਅੱਗੇ ਹੋ ਗਏ ਜੀ, ਅੱਗੇ ਅੱਗੇ ਚੱਲਣ ਲੱਗ ਪਏ ਜੀ ਮਹਾਰਾਜ। ਹੌਲੀ ਹੌਲੀ ਸੰਗਤਾਂ ਪਿੱਛੇ ਪਿੱਛੇ ਆਉਣ ਲੱਗ ਪਈਆਂ। ਸੰਗਤ ਹੀ ਬੜੀ ਹਜ਼ਾਰਾਂ ਦੇ ਹਿਸਾਬ ਨਾਲ ਹੋ ਗਈ ਜੀ। ਤੇ ਹਜ਼ਾਰਾਂ ਸੰਗਤਾਂ ਨੇ ਜਦੋਂ ਦਰਿਆ ਪਾਰ ਕਰਨਾ ਤੇ ਸਾਰਾ ਦਿਨ ਹੀ ਲੱਗ ਜਾਂਦਾ ਜੀ। ਫਿਰ ਮਹਾਰਾਜ ਅੱਗੇ ਤੁਰ ਪਏ ਸੱਚੇ ਪਾਤਸ਼ਾਹ। ਹਾਂਜੀ। ਕਬ ਬੜਵਾ ਪਰ ਕਰਹਿ ਪਿਆਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਘੋੜੀ ਰੱਖੀ ਹੋਈ ਸੀਗੀ ਜੀ। ਗੱਜ ਕੇ ਆਖੋ ਘੋੜੀ ਰੱਖੀ ਹੋਈ ਸੀ ਸੱਚੇ ਪਾਤਸ਼ਾਹ ਜੀ ਨੇ। ਤੇ ਕਦੀ ਤੇ ਮਹਾਰਾਜ ਘੋੜੀ ਤੇ ਸੱਜਦੇ। ਹਾਂਜੀ। ਕਬ ਗੁਰ ਗਮਨੇ ਚੜ ਚੰਪਾਨ। ਤੇ ਕਦੀ ਕਦੀ ਫਿਰ ਮਹਾਰਾਜ ਪਾਲਕੀ ਸਾਹਿਬ ਵਿੱਚ ਸੱਜ ਜਾਂਦੇ। ਕਦੀ ਕਦੀ ਸੱਚੇ ਪਾਤਸ਼ਾਹ ਪਾਲਕੀ ਸਾਹਿਬ ਵਿੱਚ ਸੱਜ ਜਾਂਦੇ। ਬੜੀਆਂ ਸੰਗਤਾਂ ਪਿੱਛੇ ਆ ਰਹੀਆਂ ਜੀ। ਪ੍ਰੇਮੀ ਸਿੱਖ ਬੜੇ ਚਾਅ ਨਾਲ ਪਾਲਕੀ ਸਾਹਿਬ ਨੂੰ ਮੋਢਾ ਲਾਉਂਦੇ ਆ। ਹਾਂਜੀ। ਸ਼ਮਸ ਸਵੇਤ ਬਹੁ ਬ੍ਰਿਧ ਸਰੀਰ। ਹੁਣ ਮਹਾਰਾਜ ਦੇ ਸਰੀਰ ਦੇ ਦਰਸ਼ਨ ਕਰੋ। ਗੱਜ ਕੇ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਕੋਈ ਰਸਨਾ ਵਾਂਝੀ ਨਾ ਰਵੇ। ਫਿਰ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਦਾੜਾ ਕੈਸਾ ਸਤਿਗੁਰਾਂ ਦਾ, ਕਹਿੰਦੇ ਐ ਚਿੱਟਾ ਦਾੜਾ ਸੱਚੇ ਪਾਤਸ਼ਾਹ ਜੀ ਦਾ ਜੀ। ਹਾਂਜੀ। ਅਤਸ਼ੈ ਸੇਤ ਧਰੈ ਬਰ ਚੀਰ। ਉਤੋਂ ਮਹਾਰਾਜ ਸਫੇਦ ਹੀ ਕੱਪੜੇ ਪਾਉਂਦੇ ਆ। ਕਰਿਓ ਦਰਸ਼ਨ ਗੁਰੂ ਅਮਰਦਾਸ ਜੀ ਦੇ। ਚਿੱਟਾ ਦਾੜਾ ਤੇ ਚਿੱਟੇ ਹੀ ਕੱਪੜੇ ਪਾਉਣੇ ਜੀ। ਹਾਂਜੀ। ਸੁਜਸ ਸਵੇਤ ਬਿਸਤਰੈ ਬਿਸਾਲਾ। ਤੇ ਮਹਾਰਾਜ ਦਾ ਜਸ ਵੀ ਚਿੱਟਾ ਹੀ ਹੈ ਜੀ। ਗੱਜ ਕੇ ਆਖੋ ਚਿੱਟਾ ਜਸ ਉਹਦਾ ਹੁੰਦਾ ਜੀ ਜਿਹਦੇ ਤੇ ਕਲੰਕ ਨਾ ਲੱਗਿਆ ਹੋਵੇ ਜੀ। ਜਸ ਵੀ ਚਿੱਟਾ ਹੀ ਹੈ ਮਹਾਰਾਜ ਦਾ। ਹਾਂਜੀ। ਤਥਾ ਸਵੇਤ ਮਨ ਹੈ ਸਭ ਕਾਲਾ। ਤੇ ਮਨ ਵੀ ਚਿੱਟਾ ਹੀ ਹੈ। ਗੱਜ ਕੇ ਆਖੋ ਦਾੜਾ ਸਫੇਦ, ਕੱਪੜੇ ਸਫੇਦ, ਜਸ ਸਫੇਦ ਤੇ ਮਨ ਵੀ ਸਫੇਦ। ਭਾਵ ਮਨ ਵੀ ਨਿਰਮਲ ਹੈ। ਹਾਂਜੀ। ਹਾਥ ਲਸਟਕਾ ਬਰ ਕਦ ਛੋਟਾ। ਕਦੇ ਤੇ ਮਹਾਰਾਜ ਘੋੜੀ ਤੇ ਸੱਜਦੇ, ਕਦੀ ਪਾਲਕੀ ਸਾਹਿਬ 'ਚ, ਕਦੀ ਮਹਾਰਾਜ ਤੁਰ ਕੇ ਵੀ ਸਫ਼ਰ ਕਰਦੇ। ਤੇ ਕੱਦ ਛੋਟਾ, ਹੱਥ ਵਿੱਚ ਸੋਟਾ ਹੁੰਦਾ ਸੀਗਾ ਜੀ ਮਹਾਰਾਜ ਦੇ। ਭਾਗਾਂ ਵਾਲੀ ਉਹ ਥਾਂ ਹੋਏਗੀ। ਭਾਗਾਂ ਵਾਲੇ ਉਹ ਪ੍ਰੇਮੀ ਹੋਣਗੇ। ਧੰਨ ਗੁਰੂ ਅਮਰਦਾਸ ਸਾਹਿਬ ਜਾ ਰਹੇ ਐ। ਪ੍ਰੇਮੀ ਸਿੱਖ ਪਿੱਛੇ ਪਿੱਛੇ ਤੁਰਦੇ ਜਾ ਰਹੇ ਆ, ਨਾਲੇ ਦਰਸ਼ਨ ਕਰਦੇ ਆ। ਹਾਂਜੀ। ਮਨਹੁ ਭਏ 52 ਕੇ ਜੋਟਾ। ਮਾਨੋ ਜਿਵੇਂ 52 ਅਵਤਾਰ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ 52 ਅਵਤਾਰ ਦੀ ਵੀ ਇੰਨੀ ਸੋਭਾ ਨਹੀਂ ਹੈਗੀ ਜਿੰਨੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੋਭਾ ਹੈ। ਹਾਂਜੀ। ਧਾਰਤ ਸ਼ਕਤ ਮਹਿਦਾ ਮਹੀਆਨ। ਸੱਚੇ ਪਾਤਸ਼ਾਹ ਜੀ ਵਿੱਚ ਬਹੁਤੀ ਵੱਡੀ ਸ਼ਕਤੀ। ਧਾਰਤ ਸ਼ਕਤ ਮਹਿਦ ਮਹੀਆਨ। ਵੱਡੀ ਸ਼ਕਤੀ ਉਸ ਸਰੀਰ ਵਿੱਚ ਵਰਤ ਰਹੀ ਹੈ। ਹਾਂਜੀ। ਗਮਨਹਿ ਮੰਦ ਮੰਦ ਸਭ ਥਾਨ। ਪਰ ਯਾਤਰਾ ਕਰਦਿਆਂ ਕਾਹਲੀ ਨਹੀਂ ਮਹਾਰਾਜ ਕਰ ਰਹੇ ਜੀ। ਗੱਜ ਕੇ ਆਖੋ ਸਮਾਂ ਖੁੱਲਾ ਜੀ। ਆਪ ਸਤਿਗੁਰੂ ਮਾਲਕ ਹਨ। ਤੇ ਮਹਾਰਾਜ ਬੜੇ ਸਹਿਜੇ ਸਹਿਜੇ, ਬੜੇ ਪ੍ਰੇਮ ਨਾਲ ਹੌਲੀ ਹੌਲੀ ਯਾਤਰਾ ਕਰ ਰਹੇ। ਤੇ ਇੱਕ ਗੱਲ ਤੁਸੀਂ ਸੋਚੋ, ਮਹਾਰਾਜ ਨੇ ਪਹਿਲਾਂ ਬਿਆਸ ਪਾਰ ਕੀਤਾ, ਫਿਰ ਸਤਲੁਜ ਪਾਰ ਕੀਤਾ, ਹੁਣ ਅੱਗੇ ਅੱਗੇ ਜਾ ਰਹੇ ਆ ਸੱਚੇ ਪਾਤਸ਼ਾਹ ਤੁਰਦੇ ਹੋਏ। ਕਦੀ ਘੋੜੀ ਤੇ, ਕਦੀ ਪਾਲਕੀ 'ਚ। ਰਸਤੇ 'ਚ ਕਿੰਨਿਆਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਹੋਣਗੇ ਜੀ। ਹਾਂਜੀ। ਕਿੰਨੇ ਪ੍ਰੇਮੀਆਂ ਨੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਹੋਣਗੇ। ਤੇ ਜਿੰਨਿਆਂ ਨੇ ਦਰਸ਼ਨ ਕੀਤੇ ਸਾਰਿਆਂ ਦਾ ਹੀ ਭਲਾ ਹੋਇਆ ਜੀ। ਹਾਂਜੀ। ਪਹੁੰਚੇ ਆਨਪ ਹੋਏ ਥਾਨ। ਤੇ ਲਓ ਜੀ ਮਹਾਰਾਜ ਕਿੱਥੇ ਆਏ ਜੀ? ਪਿਹੋਏ।
ਭਲਾ ਕਿੱਥੇ ਜੀ ਹੈ? ਹਰਿਆਣੇ ਵਿੱਚ। ਗੱਜ ਕੇ ਆਖੋ। ਇਹਦਾ ਮਤਲਬ ਇਹ ਹੈ ਵੀ ਜਲੰਧਰ, ਫਗਵਾੜਾ, ਲੁਧਿਆਣਾ ਤੇ ਅੱਗੋਂ ਹੋਰ ਜਿਹੜੇ 2-3 ਆਉਂਦੇ ਆ ਪੰਜਾਬ ਦੇ ਕਿਸੇ, ਰਾਜਪੁਰਾ ਹੋ ਗਿਆ, ਉਹ ਸਾਰੇ ਮਹਾਰਾਜ ਨੇ ਪਾਰ ਕੀਤੇ ਜੀ ਇਲਾਕੇ। ਦਰਸ਼ਨ ਦਿੰਦੇ ਗਏ। ਰਸਤੇ 'ਚ ਕਈ ਕੁਝ ਹੋਇਆ ਹੋਏਗਾ ਜੀ। ਕਈ ਪ੍ਰੇਮੀ ਮਹਾਰਾਜ ਨੂੰ ਮਿਲੇ ਹੋਣਗੇ, ਕਈਆਂ ਨੇ ਜਲ ਪਾਣੀ ਛਕਾਇਆ ਹੋਏਗਾ, ਕਈਆਂ ਨੇ ਨਮਸਕਾਰਾਂ ਕੀਤੀਆਂ ਹੋਣਗੀਆਂ, ਕਈਆਂ ਨੂੰ ਮਹਾਰਾਜ ਨੇ ਵਰ ਦਿੱਤੇ ਹੋਣਗੇ ਸੱਚੇ ਪਾਤਸ਼ਾਹ ਜੀ ਨੇ ਜੀ। ਸੋ ਕਰਦਿਆਂ ਕਰਦਿਆਂ ਸੱਚੇ ਪਾਤਸ਼ਾਹ ਗਰੀਬ ਨਵਾਜ ਪਿਹੋਏ ਪਹੁੰਚੇ ਜੀ। ਪਿਹੋਵਾ ਵੀ ਕਹਿੰਦੇ ਆ ਜੀ ਇਹਨੂੰ। ਹਾਂਜੀ। ਜਹਾਂ ਸਰਸਵਤੀ ਪੁੰਨ ਮਹਾਨ, ਜਿੱਥੇ ਨਾ ਬੜਾ ਵੱਡਾ ਇੱਕ ਤੀਰਥ ਹੈ ਜੀ ਹਿੰਦੂ ਧਰਮ ਦਾ ਜੀ। ਉੱਥੇ ਸਰਸਵਤੀ ਦੇ ਕੰਢੇ ਉਹ ਤੀਰਥ ਲੱਗਦਾ ਜੀ। ਹਾਂਜੀ। ਨਾਨਾ ਘਾਟ ਰਿਖਨ ਤਪ ਤਪੇ, ਤੇ ਛੋਟੇ ਛੋਟੇ ਅਸਥਾਨ ਬਣੇ ਆ ਉਸ ਤੀਰਥ ਤੇ। ਬ੍ਰਾਹਮਣਾਂ ਨੇ, ਰਿਸ਼ੀਆਂ ਮੁਨੀਆਂ ਨੇ, ਰੱਬ ਦੇ ਪਿਆਰਿਆਂ ਨੇ ਬੈਠ ਕੇ ਭਜਨ ਕੀਤਾ, ਰੱਬ ਦਾ ਨਾਮ ਜਪਿਆ ਸੀਗਾ। ਹਾਂਜੀ। ਬਰਖ ਹਜ਼ਾਰੋਂ ਜਾਪਨ ਜਪੇ, ਹਜ਼ਾਰਾਂ ਹਜ਼ਾਰਾਂ ਸਾਲ ਉਹਨਾਂ ਛੋਟੇ ਛੋਟੇ ਘਾਟਾਂ ਤੇ ਨਾ ਰਿਸ਼ੀਆਂ ਮੁਨੀਆਂ ਨੇ ਬੈਠ ਕੇ ਪਰਮੇਸ਼ਰ ਦੀ ਬੰਦਗੀ ਕੀਤੀ। ਗੱਜ ਕੇ ਆਖੋ। ਵਾਹਿਗੁਰੂ। ਤਾਈਓ ਲੋਕ ਜਾਂਦੇ ਸਨ ਉੱਥੇ ਜੀ, ਤਾਈਓ ਜਾਂਦੇ ਸਨ। ਹਾਂਜੀ। ਬ੍ਰਹਮ ਲੋਕ ਕੋ ਪ੍ਰਾਪਤ ਹੋਏ, ਬੜੇ ਲੋਕ ਉੱਥੇ ਇਕੱਠੇ ਹੁੰਦੇ ਸਨ ਜੀ ਦਰਸ਼ਨ ਕਰਨ ਵਾਸਤੇ। ਉੱਥੇ ਫਿਰ ਹਜ਼ਾਰਾਂ ਹਜ਼ਾਰਾਂ ਸਾਲ ਬੰਦਗੀਆਂ ਕੀਤੀਆਂ। ਤੁਸੀਂ ਕਹੋਗੇ ਇੱਕ ਰਿਸ਼ੀ ਹਜ਼ਾਰਾਂ ਸਾਲ ਕਿਵੇਂ ਬੰਦਗੀ ਕਰ ਸਕਦਾ? ਤੇ ਪਿਆਰਿਓ, ਪਹਿਲੇ ਯੁੱਗਾਂ ਵਿੱਚ ਬੰਦੇ ਦੀ ਉਮਰ ਹੀ ਹਜ਼ਾਰਾਂ ਸਾਲ ਹੁੰਦੀ ਸੀਗੀ ਜੀ। ਉੱਥੇ ਭਗਤੀ ਕਰਦਿਆਂ ਕਰਦਿਆਂ ਹੀ ਉਹ ਰਿਸ਼ੀ ਸਰੀਰ ਤਿਆਗ ਗਏ ਸਨ ਜੀ। ਹਾਂਜੀ। ਜਨਮ ਜਨਮ ਕੇ ਸੰਕਟ ਖੋਏ, ਔਰ ਐਸੇ ਰਿਸ਼ੀ ਮੁਨੀ ਰੱਬ ਦੇ ਪਿਆਰਿਆਂ ਨੇ ਉੱਥੇ ਭਜਨ ਕੀਤਾ, ਆਪਣੇ ਜਨਮਾਂ ਜਨਮਾਂ ਦੇ ਸੰਕਟ ਦੂਰ ਕਰ ਲਏ ਜੀ। ਬੜਾ ਭਜਨ ਹੋਇਆ ਜੀ ਉਸ ਥਾਂ ਤੇ। ਦਾਸ ਨੇ ਪਹਿਲਾਂ ਬੇਨਤੀ ਕੀਤੀ, ਕੋਈ ਤੀਰਥ ਬਣਦਾ ਉਹਦਾ ਕਾਰਨ ਇਹ ਹੁੰਦਾ ਉੱਥੇ ਰੱਬ ਦਾ ਨਾਮ ਜਪਿਆ ਹੁੰਦਾ ਜੀ। ਨਾਮ ਹੀ ਤੀਰਥ ਹੈ ਨਾ ਅਸਲੀ। ਨਾਮ ਕਰਕੇ ਜਗ੍ਹਾ ਦਾ ਪ੍ਰਤਾਪ ਹੋ ਜਾਂਦਾ ਜੀ। ਹਾਂਜੀ। ਤਹਾਂ ਸਤਿਗੁਰੂ ਕੀ ਨਸ ਡੇਰਾ, ਉੱਥੇ ਫਿਰ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ, ਗੱਜ ਕੇ ਕਹੋ ਵਾਹਿਗੁਰੂ। ਪਿਹੋਵੇ ਮਹਾਰਾਜ ਨੇ ਡੇਰਾ ਕੀਤਾ, ਪੜਾ ਕੀਤਾ। ਬਹੁਤ ਲੋਕ ਆਏ ਹੋਏ ਸਨ ਉੱਥੇ ਜੀ, ਬਹੁਤ ਲੋਕ ਆਏ ਸਨ। ਹਾਂਜੀ। ਸੰਗ ਸੰਗਤਾਂ ਮੇਲ ਕਨੇਰਾ, ਸੰਗਤਾਂ ਮਹਾਰਾਜ ਨਾਲ ਆਪ ਹੀ ਹਜ਼ਾਰਾਂ ਸੰਗਤਾਂ ਸਨ ਜੀ। ਹਜ਼ਾਰਾਂ ਸੰਗਤਾਂ। ਲੋਕ ਵੇਖਦੇ ਵੀ ਕੌਣ ਆਇਆ ਪਿਹੋਵੇ ਵਿੱਚ, ਤੇ ਪਤਾ ਲੱਗਦਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਦੇ ਤੀਸਰੇ ਗੁਰੂ ਜੀ ਆਏ ਹਨ। ਪੁੱਛਦੇ ਲੋਕ, ਇੰਜ ਲੱਗਦਾ ਜਿਵੇਂ ਕੋਈ ਪਾਤਸ਼ਾਹ ਆਇਆ। ਹਾਂਜੀ। ਬਹੁ ਘਾਟਨ ਪਿਕਸਾਰ ਸੁਤੀ ਕੇ, ਹਾਂਜੀ। ਸਿੱਖ ਕਰ ਜੋਰ ਪ੍ਰਸ਼ਨ ਕੀਏ ਨੀਕੇ। ਹੁਣ ਉੱਥੇ ਬੜੇ ਘਾਟ ਨੇ ਪਿਆਰਿਓ। ਸਰਸਵਤੀ ਦੇ ਕੰਢੇ ਦੇ ਉੱਤੇ ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਦੇ ਆ, ਹੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ, ਸਿੱਖ ਕਰ ਜੋਰ ਪ੍ਰਸ਼ਨ ਕੀਏ ਨੀਕੇ। ਹਾਂਜੀ। ਸਲਤਾ ਸਾਰਸਵਤੀ ਇੱਕ ਪਾਵਨ, ਮਹਾਰਾਜ ਇੱਥੇ ਲੋਕ ਕਿਉਂ ਆਉਂਦੇ ਆ, ਕਿਉਂ ਆ ਕੇ ਇੱਥੇ ਇਸ਼ਨਾਨ ਕਰਦੇ ਆ? ਹਾਂਜੀ। ਕਹੈ ਮਹਾਤਮ ਇਸ ਬਹੁ ਥਾਵਨ, ਮਹਾਰਾਜ ਇਹਨਾਂ ਘਾਟਾਂ ਦਾ, ਅਸਥਾਨਾਂ ਦਾ ਕੀ ਮਹਾਤਮ ਹੈ ਸੱਚੇ ਪਾਤਸ਼ਾਹ? ਹਾਂਜੀ। ਕੋ ਕਾਰਨ ਇਹ ਗੁਰੂ ਬਖਾਨੋ, ਮਹਾਰਾਜ ਕਿਰਪਾ ਕਰੋ, ਦੱਸੋ ਮਹਾਰਾਜ ਕਾਰਨ ਕੀ ਹੈ? ਹੁਣ ਵੇਖੋ ਨਾ, ਜੇ ਅਸੀਂ ਧਾਰਮਿਕ ਸਥਾਨਾਂ ਤੇ ਜਾਂਦੇ ਆ, ਗੁਰ ਅਸਥਾਨਾਂ ਤੇ ਜਾਂਦੇ ਆ, ਤੇ ਮੈਨੂੰ ਮਾਫ ਕਰਿਓ ਮੈਂ ਸੱਚ ਕਹਿਣ ਲੱਗਾ ਆ, ਬਹੁਤ ਸਾਰਿਆਂ ਨੂੰ ਇਤਿਹਾਸ ਨਹੀਂ ਪਤਾ ਹੁੰਦਾ ਜੀ। ਆਨੰਦਪੁਰ ਸਾਹਿਬ ਜਾਂਦੇ ਆ ਨਾ ਜੀ, ਕੋਈ ਇਤਿਹਾਸ ਨਹੀਂ ਪਤਾ ਜੀ। ਪਿੱਛੇ ਜੇ ਹੋਲੇ ਮਹੱਲੇ ਤੇ ਚੈਨਲ ਵਾਲੇ ਵੀਰ ਇੰਟਰਵਿਊ ਲੈ ਰਹੇ ਬੱਚਿਆਂ ਦੀ, ਉਹਨਾਂ ਨੂੰ ਸਵਾਲ ਕਰਦੇ ਵੀ ਆਨੰਦਪੁਰ ਸਾਹਿਬ ਕੀ ਹੋਇਆ? ਉਹ ਕਹਿੰਦੇ ਜੀ ਇੱਥੇ 10ਵੇਂ ਪਾਤਸ਼ਾਹ ਦਾ ਜਨਮ ਹੋਇਆ ਸੀਗਾ ਜੀ। ਗੱਜ ਕੇ ਆਖੋ ਪੁੱਠਾ ਜਵਾਬ, ਪਤਾ ਹੀ ਨਹੀਂ। ਜਿਸ ਅਸਥਾਨ ਤੇ ਨਮਸਕਾਰ ਕਰਨ ਜਾਂਦੇ ਹੋ, ਪਹਿਲਾਂ ਉਹਦਾ ਇਤਿਹਾਸ ਵੇਖਿਆ ਕਰੋ। ਇੱਥੇ ਕੀ ਕੌਤਕ ਕੀਤਾ ਸਤਿਗੁਰਾਂ ਨੇ।
ਫਿਰ ਭਾਵਨਾ ਵੱਧਦੀ ਜੀ। ਆ ਦਰਬਾਰ ਸਾਹਿਬ ਬਹੁਤੇ ਲੋਕ ਆਉਂਦੇ ਆ, ਸੰਸਾਰ ਹੀ ਆਉਂਦਾ ਹੈ। ਦਰਬਾਰ ਸਾਹਿਬ ਦਾ ਇਤਿਹਾਸ ਕੀ ਹੈ? ਕਿਸੇ ਗੁਰੂ ਦਾ ਜਨਮ ਹੋਇਆ ਜੀ ਇੱਥੇ? ਪੁੱਛੋ ਕਿਉਂ ਬਣਾਇਆ ਗੁਰੂ ਰਾਮਦਾਸ ਜੀ ਨੇ ਇੱਥੇ ਦਰਬਾਰ ਸਾਹਿਬ? ਕਿਉਂ ਬਣਾਇਆ ਸਰੋਵਰ? ਕੋਈ ਜਵਾਬ ਨਹੀਂ ਜੀ। ਸਿੱਖ ਮਹਾਰਾਜ ਨੂੰ ਪੁੱਛਦੇ, ਸਿੱਖ ਕਿੱਡੇ ਸਿਆਣੇ ਆ ਪ੍ਰੇਮੀ, ਹੇ ਸੱਚੇ ਪਾਤਸ਼ਾਹ ਮਹਾਰਾਜ ਕਾਰਨ ਕੀ ਹੈ? ਹਾਂਜੀ, ਭੂਤ ਭਵਿਖ ਗਤੀ ਤੁਮ ਜਾਨੋ। ਤੇ ਸਿੱਖ ਇਹ ਵੀ ਕਹਿਣ ਲੱਗੇ, ਗੱਜ ਕੇ ਆਖੋ, ਕਹਿੰਦੇ ਮਹਾਰਾਜ ਆਪ ਜੀ ਨੂੰ ਕਿਹੜਾ ਇਤਿਹਾਸ ਪੜ੍ਹਨ ਦੀ ਲੋੜ ਹੈ? ਮਹਾਰਾਜ ਤੁਸੀਂ ਤੇ ਮਾਲਕ ਹੋ, ਜੋ ਪਿੱਛੇ ਹੋ ਗਿਆ ਉਹ ਵੀ ਤੁਹਾਨੂੰ ਪਤਾ, ਜੋ ਅੱਗੇ ਹੋਣਾ ਉਹ ਵੀ ਤੁਹਾਨੂੰ ਪਤਾ ਮਹਾਰਾਜ। ਹਾਂਜੀ, ਸਭ ਸੰਗਤ ਕੈ ਇਹ ਸੰਦੇਹੂ। ਮਹਾਰਾਜ ਸਾਰੀ ਸੰਗਤ ਹੀ ਜਾਣਨਾ ਚਾਹੁੰਦੀ ਹੈ ਵੀ ਇਸ ਜਗ੍ਹਾ ਤੇ ਕੀ ਵਰਤਾਰਾ ਵਰਤਿਆ, ਕਿਉਂ ਇੱਥੇ ਲੋਕ ਆਉਂਦੇ ਆ। ਹਾਂਜੀ, ਕਿਰਪਾ ਕਰੋ ਉਚਰੋ ਸੁਖ ਦੇਹੂ। ਮਹਾਰਾਜ ਕਿਰਪਾ ਕਰੋ, ਦਇਆ ਕਰੋ ਤੇ ਮਹਾਰਾਜ ਸਾਨੂੰ ਦੱਸੋ। ਗੱਜ ਕੇ ਆਖੋ। ਹੁਣ ਵੇਖ ਲਓ, ਯਾਤਰਾ ਅਸੀਂ ਵੀ ਕਰਦੇ ਆ ਨਾ ਜੀ, ਅਸੀਂ ਕਰਦੇ ਹਾਂ ਯਾਤਰਾ, ਪਰ ਇਹਨਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਜੀ। ਗੁਰਸਿੱਖ ਸਤਿਗੁਰਾਂ ਨਾਲ ਯਾਤਰਾ ਕਰ ਰਹੇ ਤੇ ਕਿੰਨੇ ਸਾਵਧਾਨ ਹਨ। ਹਾਂਜੀ, ਸਿੱਖਨ ਤੇ ਸੁਨ ਕੈ ਗੁਰ ਕਹਿਓ। ਧੰਨ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਤੋਂ ਸੁਣਿਆ ਤੇ ਸੁਣ ਕੇ ਅੱਗੋਂ ਕਿਰਪਾ ਕੀਤੀ। ਹਾਂਜੀ, ਇਹ ਸਥਾਨ ਪਾਵਨ ਅਤ ਲਹਿਓ। ਸੱਚੇ ਪਾਤਸ਼ਾਹ ਕਹਿਣ ਲੱਗੇ, ਪਿਆਰਿਓ ਹਿੰਦੂ ਧਰਮ ਵਿੱਚ ਇਸ ਅਸਥਾਨ ਨੂੰ ਲੋਕ ਪਾਵਨ ਮੰਨਦੇ ਹਨ। ਮਹਾਰਾਜ ਕਹਿੰਦੇ ਇਹ ਅਸਥਾਨ ਨਾਮ ਦੇ ਪ੍ਰਤਾਪ ਕਰਕੇ ਪਾਵਨ ਹੈ। ਹਾਂਜੀ, ਪ੍ਰਥਮ ਜੁਗਨ ਸਮਰਥ ਸਭ ਜੀਵ। ਹਾਂਜੀ। ਤਨ ਪਰ ਸੰਕਟ ਸਹਿਬੋ ਕੀਵ। ਮਹਾਰਾਜ ਕਹਿਣ ਲੱਗੇ ਪਹਿਲੇ ਯੁੱਗਾਂ ਵਿੱਚ ਲੋਕਾਂ ਦੀ ਉਮਰ ਬਹੁਤ ਲੰਮੀ ਹੁੰਦੀ ਸੀਗੀ, ਸਰੀਰ ਵੀ ਰਿਸ਼ਟ ਪੁਸ਼ਟ ਹੁੰਦੇ ਸਨ। ਇਹਦਾ ਵੀ ਧਿਆਨ ਦਿਓ। ਪਹਿਲੇ ਯੁੱਗਾਂ ਵਿੱਚ ਤੇ ਹੁਣ ਦੇ ਯੁੱਗ ਵਿੱਚ ਜਿੱਥੇ ਉਮਰਾਂ ਦਾ ਫਰਕ ਪਿਆ ਨਾ ਜੀ, ਸਾਡੇ ਸਰੀਰਾਂ ਦਾ ਵੀ ਪਿਆ ਜੀ। ਪਹਿਲਾਂ ਸਰੀਰ ਵੱਡੇ ਹੁੰਦੇ ਸੀਗੇ ਜੀ ਬੰਦਿਆਂ ਦੇ, ਥੋੜ੍ਹੇ ਥੋੜ੍ਹੇ ਵੱਡੇ ਹੁੰਦੇ ਸਨ। ਤੇ ਅੱਜ ਤੋਂ ਤੁਸੀਂ 400 ਸਾਲ ਪਹਿਲਾਂ ਪਿੱਛੇ ਚੱਲ ਜਾਓ, ਸਿੰਘਾਂ ਦੇ ਸਰੀਰ ਕਿੰਨੇ ਕਿੰਨੇ ਵੱਡੇ। ਗਿਆਨੀ ਗਿਆਨ ਸਿੰਘ ਲਿਖਦੇ ਆ, ਸੁਨੋ ਪਾਤਸ਼ਾਹ उन सिंहों की सुनाओ बात, अल्लाह की कसम मेरी कांपती जुबान है। लंबे लंबे जैसे कहते, बड़े बड़े लंबे सिंह हुंदे सीगे जी, बड़े बड़े वड्डे शरीर हुंदे सीगे। महाराज गुरु अमरदास साहब सिखां नूं कह रहे है, पहले युगां विच शरीरां विच ताकत हुंदी सीगी। माफ़ करियो, ਇੱਥੇ 2 ਘੰਟੇ ਲਗਾਤਾਰ ਕਥਾ ਚੱਲ ਜੇ, ਚੌਂਕੜੀ ਮਾਰ ਕੇ ਨਹੀਂ ਬੈਠਿਆ ਜਾਣਾ ਜੀ। ਕਿਉਂ? ਸਰੀਰਾਂ 'ਚ ਤਾਕਤ ਨਹੀਂ ਰਹੀ ਜੀ, ਤਾਕਤ ਨਹੀਂ ਹੈਗੀ। ਲੰਮਾ ਲੰਮਾ ਸਮਾਂ ਲੋਕ ਚੌਂਕੜੀਆਂ ਮਾਰ ਕੇ ਭਜਨ ਕਰਦੇ ਹੁੰਦੇ ਸੀਗੇ ਜੀ। ਉਮਰਾਂ ਵੀ ਲੰਬੀਆਂ ਸਨ, ਸੰਤੋਖ ਹੁੰਦਾ ਸੀਗਾ ਮਨ ਵਿੱਚ। ਹਾਂਜੀ, ਵਿਸ਼ਵਾਮਿਤਰ ਆਦ ਰਿਖ ਘਨੇ। ਉਹ ਫਿਰ ਸੰਕਟ ਵੀ ਸਹਿ ਲੈਂਦੇ ਸੀਗੇ ਭਜਨ ਕਰਨ ਵਾਸਤੇ। ਮੈਨੂੰ ਮਾਫ ਕਰਿਓ, ਜਿੰਨੇ ਜਪ ਤਪ ਕਰਨਾ, ਥੋੜਾ ਬਹੁਤਾ ਤੁਹਾਨੂੰ ਸੰਕਟ ਸਹਿਣਾ ਹੀ ਪੈਂਦਾ ਜੀ। ਥੋੜੀ ਜਿਹੀ ਭੁੱਖ ਸਹਿਣ ਕਰਨੀ ਚਾਹੀਦੀ ਹੈ। ਹੁਣ ਮਾਫ ਕਰਿਓ, ਰੱਜ ਕੇ ਪ੍ਰਸ਼ਾਦੇ ਛਕ ਲਏ ਤੇ ਪੜਨ ਲੱਗ ਪੋ ਸੁਖਮਣੀ ਸਾਹਿਬ ਤੇ ਨੀਂਦ ਹੀ ਆਉਣੀ ਹੈ। ਤੇ ਥੋੜੀ ਜਿਹੀ ਭੁੱਖ ਰੱਖਣੀ ਪੈਂਦੀ ਹੈ, ਫਿਰ ਬਾਣੀ ਪੜ੍ਹੀ ਜਾਂਦੀ। ਮਹਾਰਾਜ ਕਹਿੰਦੇ ਉਦੋਂ ਬੰਦੇ ਸੰਕਟ ਵੀ ਸਹਿ ਲੈਂਦੇ ਸਨ, ਭੁੱਖ ਪਿਆਸ ਸਹਿੰਦੇ ਹੁੰਦੇ ਸੀਗੇ। ਤੇ ਰਿਸ਼ੀ ਹੋਇਆ ਵਿਸ਼ਵਾਮਿੱਤਰ। ਹਾਂਜੀ, ਕੀਨ ਸਤਪ ਕੁਛ ਜਾਹੇ ਨ ਗਨੇ। ਮਹਾਰਾਜ ਕਹਿੰਦੇ ਉਹਨੇ ਵੀ ਬੜਾ ਇੱਥੇ ਰਹਿ ਕੇ ਪਰਮੇਸ਼ਰ ਦਾ ਭਜਨ ਕੀਤਾ। ਇੰਨਾ ਭਜਨ ਕੀਤਾ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਜੀ। ਕਰਦੇ ਸਨ ਲੋਕ ਭਜਨ। ਹਾਂਜੀ, ਏਕ ਸਮੇਂ ਦੱਖਣ ਕੇ ਮੁਨਗਨ, ਆਏ ਤਪ ਸਾਧਨ ਬਾਸ਼ਤ ਮਨ। ਤੇ ਮਹਾਰਾਜ ਕਹਿਣ ਲੱਗੇ ਇਸ ਦੇਸ਼ ਦੇ ਦੱਖਣ ਵਾਲੇ ਇਲਾਕੇ ਚੋਂ, ਹਜੂਰ ਸਾਹਿਬ ਵਾਲੇ ਇਲਾਕਾ, ਦੱਖਣ ਦਾ ਇਲਾਕਾ ਜੀ ਸਾਡੇ ਦੇਸ਼ ਦਾ, ਉਧਰੋਂ
ਮੁਨੀ ਇਕੱਠੇ ਹੋਏ ਜੀ, ਰਿਸ਼ੀ ਇਕੱਠੇ ਹੋਏ, ਰੱਬ ਦੇ ਪਿਆਰੇ ਇਕੱਠੇ ਹੋਏ। ਕੋਈ ਐਸੀ ਥਾਂ ਤੇ ਜਾਈਏ ਜਿੱਥੇ ਸ਼ਾਂਤੀ ਹੋਵੇ, ਭਜਨ ਕਰਨਾ ਅਸੀਂ ਜੀ, ਨਾਮ ਜਪਣਾ। ਇਹ ਗੁਰੂ ਅਮਰਦਾਸ ਜੀ ਸੁਣਾ ਰਹੇ ਹੈ। ਹਾਂਜੀ। 48 ਕੋਸ ਵਿੱਚ ਫਿਰੇ। ਉਹ ਫਿਰ 48 ਕੋਹ ਫਿਰੇ ਜੀ, 48 ਕੋਹ ਫਿਰੇ ਜੀ। ਹਾਂਜੀ। ਬੈਠ ਬਥਾਨ ਕਹੂੰ ਨਾ ਨਿਹਰੇ। ਪਰ ਉਹਨਾਂ ਨੂੰ ਕੋਈ ਵਧੀਆ ਥਾਂ ਨਾ ਮਿਲੀ ਜਿੱਥੇ ਭਜਨ ਕਰਨਾ ਜੀ। ਗੱਜ ਕੇ ਆਖੋ ਹੁਣ ਮਾਫ ਕਰਿਓ, ਜਿਹਨੇ ਆਰੰਭਤਾ ਕਰਨੀ ਹੈ ਸਿਮਰਨ ਦੀ, ਭਜਨ ਦੀ, ਤੇ ਲਾਗੇ ਢੋਲ ਵੱਜ ਰਿਹਾ ਹੋਵੇ ਤਾਂ ਉਹਦਾ ਧਿਆਨ ਸਿਮਰਨ ਵਾਹਿਗੁਰੂ ਵਾਹਿਗੁਰੂ ਵਿੱਚ ਨਹੀਂ ਜਾਣਾ, ਢੋਲ 'ਚ ਹੀ ਜਾਣਾ ਜੀ। ਇਕਾਂਤ ਚਾਹੀਦਾ। ਜਦੋਂ ਬੰਦਾ ਖੂਬ ਜਪਦਾ ਨਾ ਜੀ, ਫਿਰ ਭਾਵੇਂ ਢੋਲ ਵੱਜੇ, ਜੋ ਮਰਜ਼ੀ ਵੱਜੇ, ਫਿਰ ਨਹੀਂ ਸੁਰਤ ਟੁੱਟਦੀ ਜੀ। ਪਰ ਪਹਿਲਾਂ ਪਹਿਲਾਂ ਜ਼ਰੂਰਤ ਹੁੰਦੀ ਹੈ। ਮਹਾਰਾਜ ਕਹਿੰਦੇ ਉਹ ਰੱਬ ਦੇ ਪਿਆਰੇ ਲੱਭਣ, ਵੀ ਕੋਈ ਥਾਂ ਹੋਵੇ ਜਿੱਥੇ ਇਕਾਂਤ 'ਚ ਬਹਿ ਕੇ ਭਜਨ ਕਰੀਏ। ਹਾਂਜੀ। ਤਪਸੀ ਗਨ ਕੀ ਭੀਰ ਵਿਸਾਲਾ। ਹੁਣ ਉਹ ਬੜੇ ਰੱਬ ਦੇ ਪਿਆਰੇ ਤਪਸੀਏ ਇਕੱਠੇ ਹੋਏ ਸੀਗੇ ਜੀ। ਹਾਂਜੀ। ਜਹ ਕਹਿ ਕਰਤ ਘਾਲ ਨਾ ਘਾਲਾ। ਬੜੀ ਘਾਲਣਾ ਘਾਲ ਰਹੇ ਸਨ, ਮਿਹਨਤ ਕਰ ਰਹੇ ਸਨ, ਪਰ ਐਸੀ ਜਗ੍ਹਾ ਨਹੀਂ ਸੀ ਲੱਭਦੀ ਜਿੱਥੇ ਉਹ ਬੈਠ ਕੇ ਪ੍ਰੇਮ ਨਾਲ ਤਪ ਕਰਨ। ਹਾਂਜੀ। ਜਬ ਸਥਾਨ ਕਿਤਹੂ ਨਹਿ ਪਾਇਓ। ਹਾਂਜੀ। ਸਾਰਸਤੀ ਕੋ ਤਬ ਹੋਂ ਧਿਆਇਓ। ਜਦੋਂ ਕਿਤੇ ਥਾਂ ਨਾ ਮਿਲੀ ਤਾਂ ਇੱਥੇ ਆਏ ਜੀ। ਇੱਥੇ ਆ ਕੇ ਉਹਨਾਂ ਨੇ ਬੇਨਤੀ ਕੀਤੀ ਵਾਹਿਗੁਰੂ ਦੇ ਚਰਨਾਂ ਵਿੱਚ। ਹਾਂਜੀ। ਕਹਿਓ ਬਿਦਤ ਹੋਏ ਮਨ ਗਨ ਸੰਗਾ। ਕਿਆ ਬਾਸ਼ਤ ਤੁਮ ਕਹੋ ਨਿਸੰਗਾ। ਮੁਨੀਆਂ ਨੇ ਪਰਮੇਸ਼ਰ ਦੇ ਅੱਗੇ ਆਪਣੀ ਇੱਛਾ ਦੱਸੀ ਨਿਸੰਗ ਹੋ ਕੇ ਜੀ। ਹਾਂਜੀ। ਤਿਨਹੁ ਜਾਚਨਾ ਕੀਨ ਸੁਜਾਨ। ਹੇ ਦੇਵੀ ਦੇਹੁ ਬੈਠਲ ਥਾਨ। ਪਰਮੇਸ਼ਰ ਅੱਗੇ ਬੇਨਤੀ ਕੀਤੀ, ਹੇ ਪਰਮੇਸ਼ਰ ਦੀ ਕਿਰਪਾ ਕਰੋ, ਸਾਨੂੰ ਬਹਿਣ ਦੀ ਥਾਂ ਚਾਹੀਦੀ ਹੈ, ਸਾਨੂੰ ਇਕਾਂਤ ਥਾਂ ਚਾਹੀਦੀ ਜਿੱਥੇ ਕੋਈ ਸਾਨੂੰ ਛੇੜੇ ਨਾ। ਲੰਮਾ ਸਮਾਂ ਬਹਿਣਾ ਹੁੰਦਾ ਸੀਗਾ ਜੀ। ਇਹ ਕਰਦਿਆਂ ਕਰਦਿਆਂ ਗੱਲ ਉਹਨਾਂ ਸਰਸਵਤੀ ਨੂੰ ਵੀ ਆਖੀ ਵੀ ਸਾਨੂੰ ਵੀ ਤੂੰ ਵੀ ਥਾਂ ਦੇ। ਹਾਂਜੀ। ਤਬ ਇਹ ਸਲਤਾ ਮੁਨ ਗਨ ਹੇਤ। ਪਰਮੇਸ਼ਰ ਨੇ ਫਿਰ ਮਿਹਰ ਕੀਤੀ, ਉਹਨਾਂ ਰੱਬ ਦੇ ਪਿਆਰਿਆਂ ਦੀ ਬੇਨਤੀ ਮੰਨੀ, ਤੇ ਸਰਸਵਤੀ ਜਿਹੜੀ ਨਦੀ ਹੈ ਨਾ, ਪਰਮੇਸ਼ਰ ਨੇ ਕਿਹਾ ਵੀ ਤੂੰ ਪਰਾਂ ਹੋ ਜਾ, ਥੋੜਾ ਪਰਾਂ ਹੋ ਕੇ ਵਗ। ਹਾਂਜੀ। ਹਟੀ ਕੋਸ ਦੋਏ ਬੇਗ ਸਮੇਤ। ਉਹ ਫਿਰ ਬੜੀ ਤੇਜ਼ੀ ਨਾਲ ਨਾ ਜੀ, ਪਰਮੇਸ਼ਰ ਦਾ ਹੁਕਮ ਮੰਨ ਕੇ 2 ਕੋ ਦੂਰ ਹੋ ਗਈ ਜੀ। ਉਹ ਗੱਜ ਕੇ ਆਖੋ ਵਾਹਿਗੁਰੂ। ਭਾਵ 2 ਕੋ ਮਤਲਬ 4 ਕਿਲੋਮੀਟਰ ਲਾ ਲਓ ਜੀ, ਇੱਕ ਰਫਲੀ ਜਿਹਾ ਆਈਡੀਆ ਜੀ। ਪਰਮੇਸ਼ਰ ਦੇ ਹੁਕਮ ਨਾਲ ਸਰਸਵਤੀ ਜਿਹੜੀ ਹੈ ਉਹ 4 ਕੋ ਦੂਰ ਉਸੇ ਵੇਲੇ ਹੋ ਗਈ ਜੀ। ਉਹ ਰਿਸ਼ੀ ਬਹੁਤ ਜ਼ਿਆਦਾ ਸਨ, ਜਿੱਥੇ ਕਹਿੰਦੇ ਸੀ ਅਸੀਂ ਬਹਿ ਕੇ ਭਜਨ ਕਰਨਾ, ਲੋਕ ਕਹਿੰਦੇ ਪਤਾ ਨਹੀਂ ਕਦੋਂ ਉੱਠਣਾ, ਸਾਡੀਆਂ ਥਾਵਾਂ ਹੀ ਨਾ ਮੱਲ ਲੈਣ, ਇਸ ਕਰਕੇ ਲੋਕ ਥਾਂ ਨਹੀਂ ਸੀ ਦਿੰਦੇ ਜੀ। ਪਰ ਰੱਬ ਨੂੰ ਆਖਿਆ ਤੇ ਪਰਮੇਸ਼ਰ ਨੇ ਸਰਸਵਤੀ ਨੂੰ ਕਹਿਤਾ ਤੂੰ ਪਰਾਂ ਹੋ ਜਾ। ਸਰਸਵਤੀ ਵਾਲੀ ਥਾਂ ਤੇ ਬਹਿ ਗਏ ਜੀ। ਹਾਂਜੀ। ਤੇ ਇੱਕ ਤੁਸੀਂ ਅੰਦਾਜ਼ਾ ਲਾਓ ਵੀ ਹੁਣ ਜਿੱਥੇ ਸਰਸਵਤੀ ਜਾ ਕੇ ਬਹੇਗੀ, ਉਹਨੂੰ ਤੇ ਕੋਈ ਚੈਲੰਜ ਨਹੀਂ ਨਾ ਕਰ ਸਕਦਾ। ਦਰਿਆ ਨੂੰ ਕੋਈ ਕੀ ਚੈਲੰਜ ਕਰ ਸਕਦਾ ਵੀ ਪਰਾਂ ਹੋ ਜਾ? ਦਰਿਆ ਨੇ ਕਿਹੜਾ ਉਹਨਾਂ ਦੇ ਆਖਿਆਂ ਪਰਾਂ ਹੋਣਾ ਜੀ। ਅੱਜ ਕੇ ਆਖੋ ਵਾਹਿਗੁਰੂ। ਭੈ ਵਿੱਚ ਚੱਲ ਹੈ ਲੱਖ ਦਰਿਆਓ। ਦਰਿਆ ਰੱਬ ਦੇ ਭੈ ਵਿੱਚ ਚੱਲਦੇ ਆ, ਜਿਵੇਂ ਵਾਹਿਗੁਰੂ ਜੀ ਕਹਿੰਦੇ ਉਵੇਂ ਹੀ ਚੱਲਣਾ ਪੈਂਦਾ ਜੀ ਉਹਨਾਂ ਨੂੰ। ਹਾਂਜੀ। ਤਿਨ ਬੈਠਨ ਕੋ ਦੀਨ ਸਥਲ ਹੈ। ਮਹਾਰਾਜ ਕਹਿੰਦੇ ਫਿਰ ਪਰਮੇਸ਼ਰ ਨੇ ਮਿਹਰ ਕਰਕੇ ਨਾ, ਕਿਰਪਾ ਕਰਕੇ ਤੇ ਸਰਸਵਤੀ ਨੂੰ ਪਰਾਂ ਕਰਤਾ ਤੇ ਰੱਬ ਦੇ ਪਿਆਰਿਆਂ ਨੂੰ ਨਾਮ ਜਪਣ ਦੀ ਥਾਂ ਦਿੱਤੀ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਵੇਖ ਲਓ ਕਮਾਲ ਦੀ ਗੱਲ, ਮਹਾਰਾਜ ਬਾਣੀ 'ਚ ਕਹਿੰਦੇ ਸਗਲੀ ਧਰਤੀ ਸਾਧ ਕੀ, ਪਰ ਬੰਦਾ ਕਬਜ਼ਾ ਕਰਕੇ ਬੈਠਾ, ਰੱਬ ਦੇ ਪਿਆਰਿਆਂ ਨੂੰ ਨਾਮ ਵੀ ਨਹੀਂ ਜਪਣ ਦਿੰਦਾ ਜੀ। ਉਹ ਬਹੁਤ ਸਾਰੇ ਤੇ ਇਸੇ ਗੱਲੋਂ ਡਰਦੇ ਰਹਿੰਦੇ ਕਬਜ਼ਾ ਕਰ ਲੈਣਗੇ, ਕਬਜ਼ਾ ਕਰ ਲੈਣਗੇ। ਇੱਕ ਰੱਬ ਦੇ ਪਿਆਰੇ ਨਾ ਜੀ ਬੜਾ ਨਾਮ ਜਪਦੇ ਆ। ਬਾਬਾ ਦਲੇਲ ਸਿੰਘ ਜੀ ਹੋਏ ਸ਼ਾਹਬਾਦ ਵਾਲੇ ਜੀ, ਨਿਰਮਲਿਆਂ ਵਿੱਚੋਂ ਜੀ। ਉਹ ਕਿਸੇ ਪਰਿਵਾਰ ਦੇ ਵਿੱਚ ਗਏ ਜੀ, ਤੇ ਪਰਿਵਾਰ ਵਾਲਿਆਂ ਨੂੰ ਆਖਿਆ ਵੀ ਮੈਨੂੰ
ਥੋੜੀ ਜਿਹੀ ਥਾਂ ਦੇ ਦਿਓ, ਅਭਿਆਸ ਕਰਨਾ। ਉਹ ਪ੍ਰੇਮੀ ਬੜਾ ਚੰਗਾ ਸੀਗਾ ਜੀ, ਮੁਖੀ। ਉਹਨੇ ਜਗ੍ਹਾ ਦੇ ਦਿੱਤੀ ਜੀ ਵੀ ਲਓ ਤੁਸੀਂ ਨਾਮ ਜਪੋ। ਉਹ ਘਰ ਦੇ ਬਾਕੀ ਬੀਬੀਆਂ, ਹੋਰ ਜਿਹੜੇ ਪਰਿਵਾਰ ਦੇ ਜੀਅ ਸਨ, ਉਹ ਕਹਿਣ ਲੱਗੇ ਬਾਬੇ ਮੱਲ ਮਾਰ ਲੈਂਦੇ ਹੁੰਦੇ ਆ, ਇਹਨਾਂ ਨੂੰ ਨਹੀਂ ਥਾਂ ਦੇਣੀ ਅਸੀਂ। ਤੇ ਜਦੋਂ ਇਹ ਗੱਲ ਸੁਣੀ ਤੇ ਬਾਬਾ ਜੀ ਕਹਿਣ ਲੱਗੇ ਪਿਆਰਿਓ, ਅਸੀਂ ਤੇ ਕੁਝ ਸਮਾਂ ਭਜਨ ਕਰਕੇ ਚਲੇ ਜਾਣਾ, ਬਾਅਦ ਚੋਂ ਵੇਖਿਓ ਇੱਥੇ ਕੀ ਬਣਦਾ। ਉੱਥੇ ਜੰਗਲ 'ਚ ਮੰਗਲ ਲੱਗ ਗਏ ਜੀ। ਇੱਕ ਐਸੀ ਵੀ ਥਾਂ 'ਚ ਕਲਗੀਧਰ ਜੀ ਦੇ ਇਤਿਹਾਸ ਵਿੱਚ ਨਹੀਂ ਦਿੱਤੀ, ਉਹ ਥਾਂ ਬੜੀ ਵਸੂ ਸੀਗੀ, ਉਜਾੜ ਹੋ ਗਈ। ਜਿਹੜੀ ਥਾਂ ਤੇ ਮਹਾਰਾਜ ਬੈਠੇ ਉਹ ਉਜਾੜ ਸੀ, ਉਹ ਵਸਣ ਲੱਗ ਪਈ ਜੀ। ਹੈ ਤੇ ਰੱਬ ਦੇ ਪਿਆਰਿਆਂ ਦੀ, ਪਰ ਕਬਜ਼ੇ ਬੜੇ ਪੱਕੇ ਕੀਤੇ ਜੀ। ਆਪਾਂ ਰਜਿਸਟਰੀਆਂ ਕਰਾਈਆਂ ਨੇ, ਗੱਜ ਕੇ ਆਖੋ ਵਾਹਿਗੁਰੂ। ਕੋਈ ਸਾਨੂੰ ਆਖੇ ਵੀ ਆਪਣੇ ਘਰ 'ਚ ਕਮਰਾ ਬਣਾ ਦਿਓ, ਮੈਂ ਨਾਮ ਜਪਣਾ, ਕੋਈ ਨਹੀਂ ਬਣਾ ਕੇ ਦੇਗਾ ਜੀ। ਪਰ ਰੱਬ ਪ੍ਰਬੰਧ ਕਰ ਦਿੰਦਾ ਜੀ, ਪਰਮੇਸ਼ਰ ਕਰ ਦਿੰਦਾ ਪ੍ਰਬੰਧ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਪਰਮੇਸ਼ਰ ਨੇ ਦਰਿਆ ਹੀ ਪਰਾਂ ਕਰਤਾ ਦੋ ਕੋ। ਹਾਂਜੀ, ਬਸੇ ਮੁਨੀ ਤਪ ਕੀਨ ਸਭਲ ਹੈ। ਫਿਰ ਉੱਥੇ ਮੁਨੀ ਜਨ ਰਹੇ, ਉਹਨਾਂ ਜਪ ਤਪ ਕੀਤਾ, ਭਜਨ ਕੀਤਾ, ਸਿਮਰਨ ਕੀਤਾ। ਜਸ ਤਪ ਤਪਿਓ ਕਾਲ ਬਹੁ ਕਾਲ। ਤੇ ਫਿਰ ਇੰਨਾ ਤਪ ਕੀਤਾ, ਇੰਨਾ ਤਪ ਕੀਤਾ, ਬੜੀ ਘਾਲਣਾ ਘਾਲੀ ਜੀ। ਨਾਮ ਜਪਣਾ ਕੋਈ ਖੇਡ ਥੋੜੀ ਜੀ, ਘਾਲਣਾ ਘਾਲਣੀ ਪੈਂਦੀ ਜੀ। ਗਏ ਮਸਕਤ ਘਾਲ। ਹਾਂਜੀ, ਕੋ ਗਨ ਨਾ ਕਰ ਸਕੇ ਵਿਸਾਲ। ਮਹਾਰਾਜ ਕਹਿਣ ਲੱਗੇ ਕੀ ਤੁਹਾਨੂੰ ਗਿਣਤੀ ਕਰਕੇ ਦੱਸੀਏ ਕਿੰਨਾ ਜਪ ਤਪ ਇੱਥੇ ਰੱਬ ਦੇ ਪਿਆਰਿਆਂ ਨੇ ਪਹਿਲੇ ਯੁੱਗਾਂ ਵਿੱਚ ਕੀਤਾ ਜੀ। ਸੋ ਇਸ ਤਰੀਕੇ ਨਾਲ ਪਿਹੋਵੇ ਬੈਠੇ ਆ ਮਹਾਰਾਜ, ਤੇ ਪਿਹੋਵੇ ਬੈਠ ਕੇ ਉਥੋਂ ਦੇ ਬਾਰੇ ਦੱਸ ਰਹੇ ਵੀ ਇਹ ਕਿਉਂ ਵਸੀ ਹੈ ਥਾਂ। ਤੇ ਕੁਝ ਲੋਕ ਹੁਣ ਭਰਮ ਪਾ ਦਿੰਦੇ ਆ ਵੀ ਜੇ ਤੇ ਬੰਦਾ ਮਰ ਗਿਆ ਮੰਜੇ ਤੇ ਉਹਦੀ ਗਤੀ ਨਹੀਂ ਹੋਣੀ, ਤੇ ਪਿਹੋਵੇ ਜਾ ਕੇ ਕਰਾਓ। ਹਾਂਜੀ, ਮਹਾਰਾਜ ਨੇ ਇਹ ਨਹੀਂ ਸਾਨੂੰ ਹੁਕਮ ਕੀਤਾ ਵੀ ਪਿਹੋਵੇ ਜਾ ਕੇ ਗਤੀ ਹੋਣੀ, ਨਹੀਂ। ਮਹਾਰਾਜ ਕਹਿੰਦੇ ਬਾਣੀ ਪੜ੍ਹ ਕੇ ਗਤੀ ਹੋਣੀ, ਬਾਣੀ ਪੜ੍ਹੋ ਉਹਦੇ ਭਲੇ ਵਾਸਤੇ ਗਤੀ ਹੋਏਗੀ। ਮਹਾਰਾਜ ਗਏ ਆ ਪਿਹੋਵੇ ਉਸ ਅਸਥਾਨ ਨੂੰ ਵੇਖਣ ਵਾਸਤੇ, ਉੱਥੋਂ ਦੇ ਲੋਕਾਂ ਨਾਲ ਵਿਚਾਰ ਕਰਨ ਵਾਸਤੇ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮਹਾਰਾਜ ਪਿਹੋਵੇ ਵਾਲੇ ਹੋ ਗਏ, ਵੀ ਮਹਾਰਾਜ ਨੇ ਮੰਨ ਲਿਆ ਪਿਹੋਵੇ ਨੂੰ। ਦੱਸ ਰਹੇ ਆ ਮਹਾਰਾਜ, ਸਾਰੀ ਗੱਲ ਦੱਸ ਰਹੇ ਸਿੱਖਾਂ ਨੂੰ। ਸਵੇਰੇ ਤੋਂ ਅੱਗੇ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਾਰੀਆਂ ਸੰਗਤਾਂ 3 ਮਿੰਟ ਰਹਿ ਗਏ ਆ, ਪਿਆਰ ਨਾਲ ਨੇਤਰ ਕਰੋ ਬੰਦ ਤੇ ਗੁਰ ਮੰਤਰ ਦਾ ਜਾਪ ਕਰੀਏ। ਐ ਸਾਵਧਾਨ ਹੋਵੋ, ਮਨ ਨੂੰ ਟਿਕਾ ਲਓ, ਸਾਰੇ ਪਾਸਿਓਂ ਧਿਆਨ ਦੂਰ ਕਰ ਲਓ। ਗੱਜ ਕੇ ਕਹੋ ਵਾਹਿਗੁਰੂ 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 ਵਾਹਿਗੁਰੂ। ਐ ਆਪ ਬੋਲਣਾ, ਕੰਨਾਂ ਨਾਲ ਸੁਣਨਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ।